ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਗੁਰਭਾਰੀ ਜੀਵਨੀ ਗੁਰੂ ਹਰਗੋਬਿੰਦ ਜੀ, ਭਾਗ 7ਵਾਂ, ਪੰਨਾ ਨੰਬਰ 104। ਜੋਤੀ ਜੋਤ ਰਲੀ। ਕੀਰਤਪੁਰ ਟਿਕਾਣੇ। ਗੁਰੂ ਜੀ ਨੇ ਕੀਰਤਪੁਰ ਪੱਕਾ ਟਿਕਾਣਾ ਕਰਨ ਦਾ ਫੈਸਲਾ ਕਰ ਲਿਆ ਅਤੇ ਜਥੇਬੰਦੀ ਵੱਲ ਉਚੇਚਾ ਧਿਆਨ ਦਿੱਤਾ। ਕੀਰਤਪੁਰ ਟਿਕਾਣੇ ਨਾਲ ਸੰਗਤਾਂ ਵਿੱਚ ਅਥਾਹ ਜੋਸ਼ ਫੈਲਿਆ। ਸਤਿਗੁਰੂ ਜੀ ਦੀ ਹੋਂਦ ਨਾਲ ਹੀ ਪਰਜਾ ਨੂੰ ਸੁੱਖ ਪੁੱਜਿਆ। ਰਾਜਾ ਤਾਰਾ ਚੰਦ ਵੀ ਗੁਰੂ ਜੀ ਦਾ ਆਉਣਾ ਸੁਣ ਕੇ ਪ੍ਰਸੰਨ ਹੋਇਆ। ਜਦ ਉਸ ਤੇ ਸ਼ਾਹੀ ਲਸ਼ਕਰ ਚੜ੍ਹ ਆਏ ਤਾਂ ਆਪ ਜੀ ਨੇ ਫੌਜਾਂ ਦੇ ਕੇ ਉਸ ਦੀ ਇਮਦਾਦ ਕੀਤੀ। ਤਾਰਾ ਚੰਦ ਦੇ ਖੋਹੇ ਹੋਏ ਪਿੰਡ ਵੀ ਵਾਪਸ ਕਰਵਾਏ। ਦੂਜੇ ਪਾਸੇ ਪਰਜਾ ਹਿੱਤ ਪਿੰਡਾਂ ਵਿੱਚ ਖੂਹ ਲਗਵਾਏ। ਪ੍ਰਚਾਰ ਹਿੱਤ ਇਹ ਜ਼ਰੂਰੀ ਸਮਝਿਆ ਕਿ ਰਾਖਵੇਂ ਜਥੇ ਬਣਾਏ ਜਾਣ। ਬਾਬਾ ਗੁਰਦਿੱਤਾ ਜੀ ਨੂੰ ਨਿਰੋਲ ਪ੍ਰਚਾਰ ਲਈ ਵੱਖਰੀ ਸੰਸਥਾ ਬਣਾਉਣ ਲਈ ਆਖਿਆ। ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਸਾਰੇ ਉਦਾਸੀ ਸਿੱਖੀ ਦੇ ਪ੍ਰਚਾਰ ਲਈ ਲਗਾ ਦਿੱਤੇ ਸਨ। ਬਾਬਾ ਗੁਰਦਿੱਤਾ ਜੀ ਨੂੰ ਹੋਰ ਮੁਖੀ ਪ੍ਰਚਾਰਕ ਨਿਯਤ ਕਰਨ ਲਈ ਵੀ ਕਿਹਾ ਗਿਆ। ਬਾਬਾ ਜੀ ਨੇ ਧੂਣੀਆਂ ਨਿਯਤ ਕੀਤੀਆਂ ਤੇ ਹਰ ਧੂਣੀ ਦਾ ਇੱਕ ਮੁਖੀ ਲਗਾਇਆ। ਬਾਬਾ ਅਲਮਸਤ, ਬਾਬਾ ਫੂਲ, ਭਾਈ ਗੈਂਦਾ ਤੇ ਬਾਲੂ ਹਸਨਾ 4 ਮੁਖੀ ਸਨ। ਧੂਣੀ ਦਾ ਅਰਥ ਸੀ ਮਸ਼ਾਲ ਜਗਾਉਣਾ ਤੇ ਰੌਸ਼ਨੀ ਕਰਨਾ। ਇਹ ਮੁਖੀ ਤੇ ਉਹਨਾਂ ਦੇ ਸਾਥੀ ਸਿੱਖੀ ਦੀ ਮਸ਼ਾਲ ਲੈ ਕੇ ਪਿੰਡ ਪਿੰਡ ਪੁੱਜੇ ਤੇ ਸਿੱਖੀ ਉਸ ਥਾਂ ਪੁਜਾਈ ਜਿੱਥੇ ਕਿਸੇ ਪੁੱਜਣ ਦੀ ਜੁਰਤ ਨਹੀਂ ਸੀ ਹੋਈ। ਇਸ ਪ੍ਰਚਾਰ ਸਦਕਾ ਹੀ ਸਿੱਖੀ ਚਾਰੇ ਪਾਸੇ ਫੈਲੀ। ਮੋਹਸਨ ਫਾਨੀ ਲਿਖਦਾ ਹੈ ਕਿ ਕੋਈ ਐਸੀ ਥਾਂ ਤੇ ਸ਼ਹਿਰ ਨਹੀਂ ਸੀ ਜਿੱਥੇ ਸਿੱਖ ਨਾ ਮਿਲਦੇ ਹੋਣ। ਆਪ ਜੀ ਨੇ ਪ੍ਰਚਾਰ ਹਿੱਤ ਦੌਰੇ ਵੀ ਕੀਤੇ ਤੇ ਕਈ ਪ੍ਰਚਾਰਕਾਂ ਨੂੰ ਵੀ ਭੇਜਿਆ। ਭਾਈ ਬਿਧੀ ਚੰਦ ਜੀ ਨੂੰ ਪੂਰਬ ਦੇਸ਼ ਵਿੱਚ ਪ੍ਰਚਾਰ ਹਿੱਤ ਭੇਜਿਆ। ਅਯੁੱਧਿਆ ਤੋਂ 18 ਕੋ ਦੂਰ ਗੋਮਤੀ ਦੇ ਕਿਨਾਰੇ ਸੁੰਦਰ ਸ਼ਾਹ ਦਾ ਟਿਕਾਣਾ ਸੀ। ਉਹ ਉੱਥੇ ਹਿੰਮਤ ਤੇ ਲਗਨ ਨਾਲ ਸਿੱਖੀ ਦੇ ਆਦਰਸ਼ ਰਾਮ ਦੇ ਦੇਸ਼ ਦ੍ਰਿੜ ਕਰਾ ਰਹੇ ਸਨ। ਸੁੰਦਰ ਸ਼ਾਹ ਨੇ ਬਿਰਧ ਅਵਸਥਾ ਦਾ ਲਿਖ ਕੇ ਕਿਸੇ ਜੁਰਤ ਵਾਲੇ ਪ੍ਰਚਾਰਕ ਨੂੰ ਭੇਜਣ ਲਈ ਕਿਹਾ। ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਯੋਗ ਜਾਣ ਭੇਜਿਆ। ਭਾਈ ਜੀ ਨੇ ਵੀ ਲੰਮੇ ਵਿਛੋੜੇ ਜਾਣ ਕੇ ਆਪਣੇ ਪੁੱਤਰ ਲਾਲ ਚੰਦ ਨੂੰ ਗੁਰੂ ਹਵਾਲੇ ਕੀਤਾ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਸ ਦੇ ਸਿਰ ਉੱਤੇ ਮਿਹਰ ਦਾ ਹੱਥ ਰੱਖਣਾ। ਗੁਰੂ ਜੀ ਨੇ ਕਿਹਾ, ਤੇਰੇ ਘਰ ਸਦਾ ਮੇਰਾ ਹਨ, ਤੂੰ ਮੇਰੇ ਵਿੱਚ ਤੇ ਮੈਂ ਤੇਰੇ ਵਿੱਚ। ਜੋ ਤੇਰੇ ਮੇਰੇ ਵਿੱਚ ਭੇਦ ਜਾਣੇਗਾ ਉਹ ਸਿਦਕੋਂ ਰਹਿਤ ਹੋਵੇਗਾ। ਅਯੁੱਧਿਆ ਲਾਗਲੇ ਇਲਾਕੇ ਵਿੱਚ ਭਾਈ ਬਿਧੀ ਚੰਦ ਨੇ 5 ਸਾਲ ਪ੍ਰਚਾਰ ਕੀਤਾ ਤੇ ਅਗਸਤ 1640 ਨੂੰ ਉੱਥੇ ਹੀ ਚੜ੍ਹਾਈ ਕਰ ਗਏ। ਭਾਈ ਬਿਧੀ ਚੰਦ ਦੀ ਸ਼ਖਸੀਅਤ ਵੀ ਸਿੱਖ ਇਤਿਹਾਸ ਵਿੱਚ ਉਜਾਗਰ ਹੈ ਤੇ ਇਸ ਦੀ ਨਿਰਾਲੀ ਦਿੱਖ ਹੈ। ਸਿੱਖਾਂ ਦੀ ਵਾਰ ਵਿੱਚ ਭਾਈ ਗੁਰਦਾਸ ਜੀ ਨੇ ਉਹਨਾਂ ਬਾਰੇ ਬਿਧੀ ਚੰਦ ਬੁੱਧ ਬਿਮਲ ਵਿਚਾਰ ਲਿਖਿਆ ਹੈ। ਗੁਰੂ ਰਾਮਦਾਸ ਜੀ ਦੇ ਇੱਕ ਅਦਲੀ ਨਾਂ ਦੇ ਸਿੱਖ ਕੋਲੋਂ ਬਿਧੀ ਚੰਦ ਨੂੰ ਪ੍ਰੇਰਨਾ ਮਿਲੀ ਸੀ। ਭਾਈ ਜੀ ਦਾ ਹਰ ਕਰਮ ਜਿੱਥੇ ਜੁਰਤ ਦੀਆਂ ਹੱਦਾਂ ਟੱਪਦਾ ਹੈ ਉੱਥੇ ਉਹਨਾਂ ਦਾ ਗੁਰਬਾਣੀ ਪ੍ਰੇਮ ਵੀ ਦੇਖਣ ਵਾਲਾ ਸੀ। ਗੁਰਬਿਲਾਸ ਪਾਤਸ਼ਾਹੀ 6ਵੀਂ ਵਾਲਾ ਲਿਖਦਾ ਹੈ ਕਿ ਹਰ ਸਮੇਂ ਗੁਰਬਾਣੀ ਹੀ ਪੜ੍ਹਦੇ ਤੇ ਗਾਉਂਦੇ ਰਹਿੰਦੇ। ਫਿਰ ਜਦ ਉਹਨਾਂ ਡਿੱਠਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਬਹੁਤ ਘੱਟ ਹਨ ਤੇ ਸੈਂਚੀਆਂ ਪੋਥੀਆਂ ਵੀ ਨਹੀਂ ਮਿਲਦੀਆਂ ਤਾਂ ਆਪ ਜੀ ਨੇ ਸੈਂਚੀਆਂ ਰਚੀਆਂ। ਕੁਰੂਕਸ਼ੇਤਰ। ਸੂਰਜ ਗ੍ਰਹਿਣ ਦਾ ਦਿਨ ਨੇੜੇ ਜਾਣ ਗੁਰੂ ਹਰਗੋਬਿੰਦ ਜੀ ਕੁਰੂਕਸ਼ੇਤਰ ਗਏ। ਉੱਥੇ ਬੈਰਾਗੀਆਂ, ਸੰਨਿਆਸੀਆਂ, ਯੋਗੀਆਂ ਤੇ ਵੈਰਾਗੀਆਂ ਦੇ ਅਖਾੜੇ ਉਤਰੇ ਹੋਏ ਹਨ। ਉਹ ਸਾਰੇ ਅਮਲੀ ਤੌਰ ਤੇ ਗੁਰੂ ਜੀ ਦੇ ਉਪਾਸ਼ਕ ਬਣ ਚੁੱਕੇ ਸਨ। ਬਾਬਾ ਸ਼੍ਰੀ ਚੰਦ ਦੇ ਆਦੇਸ਼ ਦਾ ਪ੍ਰਭਾਵ ਪ੍ਰਤੱਖ ਦਿਖਾਈ ਦੇ ਰਿਹਾ ਸੀ। ਇੱਕ ਉਹ ਵੀ ਸਮਾਂ ਸੀ ਕਿ ਬੈਰਾਗੀ ਤੇ ਸੰਨਿਆਸੀ ਗੁਰੂ ਘਰ ਨਾਲ ਖਹਿਣ ਨੂੰ ਆਉਂਦੇ ਸਨ ਤੇ ਹੁਣ ਇਹ ਸਮਾਂ ਸੀ ਕਿ ਸਾਰੇ ਸਤਿਕਾਰ ਕਰ ਰਹੇ ਸਨ ਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਗੁਰੂ ਹਰਗੋਬਿੰਦ ਜੀ ਦੀ ਤਲਵਾਰ ਚਲਾਉਣ ਨੂੰ ਵੀ ਧਰਮ ਆਖਦੇ ਸਨ। ਉੱਥੇ 15 ਦਿਨ ਰਹਿ ਕੇ ਆਪ ਕੀਰਤਪੁਰ ਵੱਲ ਮੁੜੇ। ਵਾਰ। ਕੁਰੂਕਸ਼ੇਤਰ ਤੋਂ ਮੁੜਦੇ ਪਏ ਸਨ ਕਿ ਰੋਪੜ ਦੇ ਪਠਾਣਾਂ ਨੇ ਕੁਝ ਹੋਰ ਸਾਥੀਆਂ ਨਾਲ ਰਾਹ ਰੋਕ ਲਿਆ। ਗੁਰੂ ਜੀ ਨੇ ਬ੍ਰਾਹਮਣ ਮਾਜਰੇ ਦੀ ਗੜੀ ਵਿੱਚ ਟਿਕਾਣਾ ਕਰਕੇ ਦਿਨ ਭਰ ਟਾਕਰਾ ਕੀਤਾ। ਆਪ ਜੀ ਨਾਲ ਕੁੱਲ 22 ਸਿੱਖ ਸਨ। ਰੋਪੜੀਏ ਖੁਸ਼ ਸਨ ਕਿ ਗੁਰੂ ਜੀ ਨੂੰ ਜ਼ੇਰ ਕਰ ਹੀ ਲਿਆ, ਪਰ ਸਵੇਰ ਹੁੰਦੇ ਤੱਕ ਕੀਰਤਪੁਰ ਤੋਂ ਘੋੜਸਵਾਰ ਪੁੱਜ ਗਏ। ਪਠਾਣਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਭੱਜ ਕੇ ਜਾਨ ਬਚਾਈ। ਸਿੱਖੀ ਦਾ ਪ੍ਰਭਾਵ ਕਿਤਨੀ ਕੁ ਦੂਰ ਤੱਕ ਪੈ ਗਿਆ ਸੀ, ਇਸ ਦੀ ਇੱਕ ਉਦਾਹਰਨ ਮੋਹਸਨ ਫਾਨੀ ਨੇ ਲਿਖੀ ਹੈ ਕਿ ਗੁਰੂ ਸ਼ੋਭਾ ਸੁਣ ਕੇ ਬਹੁਤ ਪੀਰ ਫਕੀਰ ਗੁਰੂ ਪਾਸ ਆਉਂਦੇ ਰਹੇ। ਪੀਰ ਭਰਾ ਕੈਵਾਨ ਯਜ਼ਦਾਨੀ ਨੇ ਗੁਰੂ ਦੀਆਂ ਉਪਮਾਵਾਂ ਸੁਣੀਆਂ ਤੇ ਉਹ ਕੰਧਾਰ ਤੋਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਮਹਾਰਾਜ ਨੇ ਵੀ ਉਸ ਵੱਲ ਦੇਖ ਕੇ ਕਿਹਾ, ਇਹ ਕੋਈ ਪਰਮਾਰਥ ਦਾ ਢੁੰਡਾਊ ਤੇ ਖੋਜੀ ਹੈ।
गुरु महाराज ने भी उसका सत्कार किया ते धर्म दीआं कई गुंजलां खोलीआं। ਉਹ भी बहुत ही प्रभावित होया ते खुशी खुशी गया। कई होर पीर भी गुरु जी कोल धर्म चर्चा करन लई ते छोह प्राप्त करन लई आउंदे रहे। पीर फाजिल ईरानी अते पीर हसन अली दा अरब तो गुरु दर्शनां नूं आउणा यह भी प्रगट करदा है कि गुरु जी दा रूहानी चमत्कार दूर दुराडे फैल गया सी। ਧੀਰ ਮਲ ਦੀ ਈਰਖਾ। बाबा गुरदित्ता जी कीरतपुर रहिंदियां ही प्रचार के कामां नूं संभाल रहे सन ते हर तरह की लोड़ींदी अगवाई दे रहे सन। बाबा धीर मल उन्हां दे वड्डे सपुत्तर सन ते ओह अपनी मां समेत करतारपुर विच ही टिके हुए सन। श्री गुरु ग्रंथ साहिब आदि दी बीड़ करतारपुर विच ही सी। बाबा गुरदित्ता जी सन 1638 ईस्वी विच चढ़ाई कर गए ते धीर मल जी ने उन्हां दा वड्डा पुत्तर जान के अपने आप नूं गद्दी दा हकदार जानना आरंभ कर दिता ते उस समय ते ऐसियां चालां ਚੱਲਣ लग पए कि गुरगद्दी उन्हां नूं मिल जाए। बाबा गुरदित्ता जी दे चलाणे दी खबर सुन के भी ओह कीरतपुर ना आए। कई मसंदा ते शरीकां दे चुके चुकाए साजिशां करनियां आरंभ कर दित्तियां ते मौका भी मिल गया जद उसे साल शाहजहान ने लाहौर आउण दा प्रोग्राम बनाया। शाहजहान काबल दी मुहिम उत्ते टुर गया। यह आप शाहजहान कोल हाज़र होया ते बादशाह दी मदद नाल गुरगद्दी लई हथ पैर मारन लगा। उसका यह ख्याल सी कि गुरु हरगोबिंद जी उधर अमृतसर वालों आउण नहीं लगे, सो छेती ही बादशाह नाल संबंध बना के कामयाबी लई जा सकती है। इन्हां सारियां चालां विच करमे नाम दे खड़ी ने जो धीर मल नाल इकट्ठियां खेडदा रहा सी सहायता दित्ती। धीर मल ने हुकूमत वालों भरोसा लैके नवीआं चालां चलनियां भी आरंभ कीतियां। बादशाह ने वजीर खान नूं भी हटा दिता ते लाहौर दा नवाब मोहतमद खान नूं बनाया। मोहतमद खान शाहजहान दा इतबारी कट्टड़ परस्त सी। मोहतमद खान 1642 तक लाहौर दा नवाब रहा ते उस उपरंत सैयद खान बहादुर नूं जफर जंग दा खिताब दे के भेजिया। गुरु हरगोबिंद जी ने जद धीर मल दा लाहौर पेश होण साजिशां करन ते चालां खेडण दा सुनिया तां सुभाविक ही कहा, धीर मल पृथ्वी दा अवतार है। बाबा बुड्ढा जी फिर भी कहा सी कि ताया जी फिर मुड़ के आ गए सन, पर आप जी ने भी खिमा ही रखी। गुरु महाराज ने जद आद बीड़ कीरतपुर दर्शनां लई मंगवाई तां उसने इनकार कर दिता। बाबा गुरदित्ता जी की जिंदगी विच तां ओह चुप रहा, पर बाबा गुरदित्ता जी की मौत उपरंत ओह तेज हो गया ते साजिशां करके गद्दी लैण लई तुल गया। बीड़ दे सहारे ओह गुरगद्दी दा वारस बनना चाहुंदा सी। गुरगद्दी गुरु हर राय जी नूं देण दा फैसला। धीर मल दीआं साजिशां सुन के हर कोई सोचण लग पिया कि गुरगद्दी दा वारस हुण गुरु हरगोबिंद जी किसे होर नूं थापणगे। यह भी सब जानते सन कि गुरु घर की निराली चाल है। गद्दी ना इत्थे वड्डे पुत्तर, ना रिश्तेदार, ना छोटे पुत्तर, ना ही किसी विरासती कानून मुताबिक दित्ती जाती है। आखते हैं कि बाबा सूरजमल तीजे पुत्तर ने हक जिताया भी, पर गुरु जी ने हुक्म किया कि गुरगद्दी का फैसला समय सिर हो जाएगा। किसी नूं आखण ते हक जताउण दी लोड़ नहीं। गुरु तेग बहादुर जी विरकत होके बाबा बकाला चले गए सन। उन्हां दी सिफारिश बीबी नानकी जी ने की तां आप जी ने कहा, अजे उसका समा नहीं। उस लई कटार ते रुमाल दिता कि समा आउण ते तेग बहादुर जी नूं देणी। बाबा अणी राय जी शिकार ते खेडां विच ही मस्त रहिंदे सन। सो 5 पुत्रां दी गल जद रह गई तां आप जी ने गुरु हर राय वाल पूरा ध्यान देना शुरू किया। गुरु हर राय जी बाबा गुरदित्ता जी दे छोटे पुत्र सन। गुरु हर राय जी की उम्र बेशक छोटी सी, पर वह समा ही सेवा ते सिमरन विच लगाउंदे सन। गुरु हरगोबिंद जी आप शस्त्र विद्या सिखलाते सन ते जंगां दे दाव पेच दसदे सन। उन्हां दे सुभाਅ विच कोमलता, निमरता ते पवित्रता उतर रही सी। एक वारी जद वो अपने साथियों समेत कीरतपुर विखे बागां दी सैर कर रहे सन तां अचेत ही उन्हां दे चोगे नाल एक खिड़िया होया फुल अड़ के टुट गया। आप जी अपने ध्याने तुरी गए। जद गुरु हरगोबिंद जी सैर तो वापस मुड़ रहे सन तां फुल नूं डाली नाल ना देख के फरमाउण लगे कि किस अणजाण ने इसनूं तोड़ गिराया है। गुरु हरगोबिंद जी दे अंग रक्षक ने कहा कि हर राय जी दे जामे नाल अड़ के डिग पिया सी। गुरु हरगोबिंद जी ने उस समय हर राय जी वाल देख के कहा कि जे जामा वड्डा होवे तां संभाल के टुरीदा है। यह हुक्म सुन के गुरु हर राय जी गल पल्ले बन लई ते हिरदे विच प्रण किया कि जामा सदा संकोच के रखणगे।
ਗੁਰੂ ਹਰਗੋਬਿੰਦ ਜੀ ਦਾ ਦੂਜਾ ਭਾਵ ਸੀ ਕਿ ਗੁਣ ਹੋ ਜਾਏ ਤਾਂ ਨਿਰਮਾਣ ਰਹਿਣਾ ਹੀ ਉਚਾਈ ਹੈ। ਹੋਰ ਕੋਮਲ ਹੁਨਰਾਂ ਦੀ ਰੱਖਿਆ ਕਰਨੀ ਹੀ ਸਿੱਖੀ ਹੈ ਤੇ ਫੁੱਲਾਂ ਦੀ ਰੱਖਿਆ ਕਰਨੀ ਹੀ ਸਿੱਖੀ ਧਰਮ ਹੈ। ਸਿੱਖ ਖੇੜੇ ਦਾ ਰਾਖਾ ਹੈ, ਨਾ ਕਿ ਦੁਸ਼ਮਣ। ਇਹ ਸਭ ਗੁਣ ਗੁਰੂ ਹਰਿਰਾਏ ਜੀ ਵਿੱਚ ਪ੍ਰਗਟ ਹੋ ਰਹੇ ਸਨ। ਉਹ ਆਪ ਕੋਮਲ ਹਿਰਦੇ ਵਾਲੇ ਸਨ, ਹਰ ਮਜ਼ਲੂਮ ਦੀ ਰੱਖਿਆ ਕਰਨ ਲਈ ਤਤਪਰ ਸਨ, ਬੇਦੋਸ਼ੀਆਂ ਉੱਤੇ ਹੱਥ ਨਹੀਂ ਉਠਾਉਂਦੇ ਸਨ ਤੇ ਨਾ ਹੀ ਕਿਸੇ ਨੂੰ ਉਠਾਉਣ ਦਿੰਦੇ ਸਨ। ਸਭ ਪਾਸਿਓਂ ਪ੍ਰਬੀਨ ਤੇ ਪੂਰੇ ਜਾਣ ਕੇ ਗੁਰੂ ਮਰਿਆਦਾ ਅਨੁਸਾਰ ਅਗਸਤ 1643 ਨੂੰ ਗੁਰਗੱਦੀ ਜਿਉਂਦੇ ਹੀ ਸੌਂਪ ਦਿੱਤੀ। ਗੁਰੂ ਨਾਨਕ ਜੀ ਨੇ ਹੀ ਸਹਿ ਟਿਕਾ ਦਿਤੋਸ ਜੀਵਦੇ ਦੀ ਪਰਪਾਟੀ ਚਲਾਈ ਸੀ। ਭਰੀ ਸੰਗਤ ਵਿੱਚ 5 ਪੈਸੇ ਨਾਰੀਅਲ ਪੋਥੀ ਰੱਖ ਕੇ ਮੱਥਾ ਟੇਕਿਆ ਤੇ ਪ੍ਰਦਖਣਾ ਲਈ ਤੇ ਫਿਰ ਮੁਖੀ ਮਸੰਦਾਂ ਨੂੰ ਸਿਰ ਝੁਕਾਇਆ। ਭਾਈ ਭਾਨਾ ਜੀ ਨੇ ਗੁਰਗੱਦੀ ਦਾ ਤਿਲਕ ਦਿੱਤਾ। ਗੁਰੂ ਹਰਗੋਬਿੰਦ ਜੀ ਨੇ ਫਰਮਾਇਆ, ਪੁਨ ਸਭ ਕੋ ਗੁਰ ਕਹੀ ਸੁਨਾਏ, ਮਮ ਸਮ ਅਬ ਜਾਨੋ ਹਰਿ ਰਾਏ। ਮੇਰੇ ਸਮਾਨ ਹੀ ਗੁਰੂ ਹਰਿਰਾਏ ਜੀ ਨੂੰ ਜਾਣਨਾ। ਫਿਰ ਫਰਮਾਇਆ, ਸਵਾ ਪਹਿਰ ਰਾਤ ਰਹਿੰਦੇ ਜਾਗਣਾ, ਉੱਠ ਕੇ ਇਸ਼ਨਾਨ ਕਰਕੇ ਜਪ ਜੀ ਦਾ ਪਾਠ ਕਰਨਾ। ਜਪ ਜੀ ਹੀ ਗੁਰ ਮੰਤਰ ਹੈ। ਗੁਰੂ ਹਰਿਰਾਏ ਸਾਹਿਬ ਨੇ ਪੁੱਛਿਆ ਕਿ ਸ਼ਾਹਜਹਾਨ ਨਾਲ ਕੈਸੀ ਨੀਤੀ ਅਪਣਾਉਣੀ ਹੈ ਤਾਂ ਆਪ ਜੀ ਨੇ ਕਿਹਾ, ਸਿੱਖ ਘਰ ਦਾ ਕਿਸੇ ਨਾਲ ਵੈਰ ਨਹੀਂ। ਕੋਈ ਵੀ ਦਿਲ ਵਿੱਚ ਵਿਰੋਧ ਰੱਖ ਕੇ ਤੁਹਾਡੇ ਤੇ ਚੜ੍ਹਾਈ ਕਰੇਗਾ, ਉਸ ਨੂੰ ਕਦੇ ਸਫਲਤਾ ਨਹੀਂ ਹੋਵੇਗੀ। 2200 ਸਵਾਰ ਸਦਾ ਆਪਣੇ ਨਾਲ ਰੱਖਣੇ। ਬਾਬਾ ਸੂਰਜਮਲ ਨੇ ਵੀ ਗੁਰੂ ਹਰਗੋਬਿੰਦ ਦੇ ਬਚਨਾਂ ਅੱਗੇ ਸਿਰ ਨਵਾਇਆ ਤੇ ਇੱਕ ਬਖਸ਼ਿਸ਼ ਮੰਗੀ ਕਿ ਪੂਰਾ ਸਿੱਖ ਹੋਵਾਂ। ਗੁਰੂ ਜੀ ਨੇ ਅਸੀਸ ਦਿੱਤੀ। ਹੁਣ ਬਚਿੱਤਰ ਬਾਤ ਦੇਖਣ ਵਾਲੀ ਇਹ ਹੈ ਕਿ ਤਿੰਨਾਂ ਹੀ ਪੁੱਤਰਾਂ ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਤੇ ਗੁਰੂ ਤੇਗ ਬਹਾਦਰ ਜੀ ਨੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ। ਰਾਗ ਰੋਖ ਬਿਨ ਤੀਨੋਂ ਪੁੱਤਰਨ, ਝਟ ਉਠ ਬੰਧਨ ਠਾਨਿਓ। ਇਹ ਅੰਤਰ ਦੇਖਣ ਵਾਲਾ ਹੈ। ਪਹਿਲਿਆਂ ਸਮਿਆਂ ਪੁੱਤਰਾਂ ਕੋਲ ਨਾ ਪਾਲੇ, ਕੰਨ ਮਰੋੜੇ, ਸੱਟ ਪਟਾਏ, ਕਈ ਉੱਠ ਕੇ ਚਲੇ ਗਏ, ਕਈਆਂ ਅਲੱਗ ਗੱਦੀਆਂ ਲਗਾ ਲਈਆਂ, ਕਈਆਂ ਦੋਹਰੇ ਬਣਾ ਲਏ, ਪਰ ਹੁਣ ਸਮੇਂ ਹੋਰ ਹੋ ਗਏ ਸਨ। ਪੁੱਤਰਾਂ, ਸਿੱਖਾਂ, ਸੰਗਤਾਂ, ਮਸੰਦਾਂ ਨੇ ਜਿਵੇਂ ਸ਼ਰਧਾ ਪ੍ਰਗਟਾਈ, ਇਹ ਦਰਸਾ ਰਹੀ ਸੀ ਕਿ ਹਰ ਸਿੱਖ ਨੂੰ ਦ੍ਰਿੜ ਹੋ ਗਿਆ ਸੀ ਕਿ ਗੁਰੂ ਕੋਈ ਸਰੀਰ ਨਹੀਂ, ਗੁਰੂ ਜੋਤ ਹੈ। ਇਹ ਜੋਤ ਜਿਸ ਵਿੱਚ ਧਰੀ ਜਾਂਦੀ ਹੈ ਉਹ ਹੀ ਪੂਜਣਯੋਗ ਹੈ। ਸਮਕਾਲੀ ਮੁਹਸਨ ਫਾਨੀ ਨੇ ਲਿਖਿਆ ਹੈ, ਹੁਣ ਵੱਡੇ ਦਾਦੇ ਗੁਰੂ ਨੇ ਬਾਬਾ ਜੀਓ ਗੁਰਦਿੱਤਾ ਜੀ ਦੇ ਪੁੱਤਰ ਹਰਿਰਾਏ ਨੂੰ ਮਿਹਰ ਦੀ ਨਜ਼ਰ ਨਾਲ ਨਵਾਜਿਆ ਤੇ ਬਾਬਾ ਜੀਓ ਦੀ ਪਦਵੀ ਦਿੱਤੀ। ਜਾਮਾ ਤਿਆਗਣ ਤੇ ਸਰੀਰ ਛੱਡਣ ਸਮੇਂ ਉਹਨਾਂ ਨੂੰ ਆਪਣੀ ਥਾਂ ਥਾਪ ਦਿੱਤਾ ਅਤੇ ਔਲਾਦ, ਸਿੱਖਾਂ, ਸੇਵਕਾਂ ਤੇ ਸਾਰੇ ਪਰਿਵਾਰ ਨੂੰ ਗੁਰੂ ਹਰਿਰਾਏ ਦੀ ਆਗਿਆ ਪਾਲਣ ਦਾ ਹੁਕਮ ਦਿੱਤਾ। ਸਿੱਖ ਗੁਰੂ ਹਰਿਰਾਏ ਜੀ ਨੂੰ 7ਵਾਂ ਮਾਂ ਮੰਨਦੇ ਹਨ। ਗੁਰੂ ਹਰਗੋਬਿੰਦ ਜੀ ਦਾ ਜੋਤੀ ਜੋਤ ਸਮਾਉਣਾ। ਗੁਰਗੱਦੀ ਦੀ ਜ਼ਿੰਮੇਵਾਰੀ ਬਖਸ਼ ਕੇ ਆਪ ਜੀ ਬਹੁਤ ਸਮਾਂ ਕੀਰਤਨ ਸੁਣਨ ਵਿੱਚ ਹੀ ਗੁਜ਼ਾਰਦੇ। ਦੀਵਾਨ ਵੀ ਸਤਲੁਜ ਦੇ ਕਿਨਾਰੇ ਲਗਾਉਂਦੇ। ਇਸ ਤਰ੍ਹਾਂ ਲਗਾਤਾਰ ਦੀਵਾਨ ਲੱਗਦੇ ਰਹੇ ਤੇ 6 ਮਹੀਨਿਆਂ ਵਿੱਚ ਦੂਰੋਂ ਨੇੜਿਓਂ ਸੰਗਤਾਂ ਆਉਣ ਲੱਗੀਆਂ। ਰੱਬ ਦੇ ਖੋਜੀ ਤੇ ਢੁੰਡਾਓ ਪੁੱਜਦੇ ਤੇ ਰਾਹ ਪਾਉਂਦੇ। ਜਦ ਮੋਰੀ ਜੀ ਦੇ ਬੇਟੇ ਆਨੰਦ ਜੀ ਉੱਥੇ ਆਏ ਤਾਂ ਅੱਗੋਂ ਹੋ ਕੇ ਉਹਨਾਂ ਦੀ ਪਾਲਕੀ ਇੱਕ ਪਾਸਿਓਂ ਚੁੱਕ ਲਈ। ਨਿਮਰਤਾ ਦੇ ਪੂਰਨੇ ਪਾ ਰਹੇ ਸਨ, ਧਰਮ ਦੇ ਰਾਹ ਬਣਾ ਰਹੇ ਸਨ। ਜਿਸ ਪੀਰ ਪਰਾ ਕੈਵਾਨੀ ਦਾ ਜ਼ਿਕਰ ਮੁਹਸਨ ਫਾਨੀ ਨੇ ਕੀਤਾ ਹੈ, ਉਹ ਵੀ ਉਹਨਾਂ ਹੀ ਦਿਨਾਂ ਵਿੱਚ ਆਇਆ ਸੀ। ਉਸ ਦਾ ਅਸਲ ਨਾਮ ਹਸਨ ਅਲੀ ਸੀ ਅਤੇ ਲੋਕੀ ਸਤਿਕਾਰ ਨਾਲ ਉਸ ਨੂੰ ਅੱਲਾ ਦਾ ਜਿਗਰ ਅਤੇ 7ਵੇਂ ਅਸਮਾਨ ਦਾ ਤਾਰਾ ਕਹਿੰਦੇ ਸਨ। ਉਸ ਨੇ ਗੁਰੂ ਜੀ ਤੋਂ ਪੁੱਛਿਆ ਕਿ ਖੁਦਾ ਤੱਕ ਰਸਾਈ ਕਿਵੇਂ ਹੋਵੇ ਤਾਂ ਗੁਰੂ ਜੀ ਨੇ ਕਿਹਾ, ਉਸ ਦਾ ਮਿਲਾਪ ਸ਼ਰਾ ਤੋੜਿਆਂ ਤੇ ਭਲੇ ਪੁਰਸ਼ਾਂ ਦੀ ਸੰਗਤ ਤੋਂ ਹੁੰਦਾ ਹੈ। ਸੰਗਤਾਂ ਦਾ ਇਕੱਠ ਦਿਨੋਂ ਦਿਨ ਵੱਧਦਾ ਗਿਆ। ਪੀਰ ਕੈਵਾਨੀ ਦੇ ਵਾਪਸ ਮੁੜਨ ਉਪਰੰਤ ਮੁਹਸਨ ਫਾਨੀ ਲਿਖਦਾ ਹੈ ਕਿ 1 ਹਫ਼ਤੇ ਬਾਅਦ ਗੁਰੂ ਹਰਗੋਬਿੰਦ ਜੀ ਜੋਤੀ ਜੋਤ ਸਮਾ ਗਏ। ਅੰਤਮ ਸਮਾਂ ਨੇੜੇ ਜਾਣ ਨਿਤ ਸੰਗਤਾਂ ਨੂੰ ਇਹ ਉਪਦੇਸ਼ ਦਿੰਦੇ ਕਿ ਸਾਡੇ ਘਰ ਕੋਈ ਸ਼ੌਕ ਨਾ ਹੋਵੇ, ਸਿਰਫ ਵਾਹਿਗੁਰੂ ਤੇ ਭਰੋਸਾ ਰੱਖਣਾ। ਜੋ ਗੁਰੂ ਦਾ ਹੁਕਮ ਮੰਨਦਾ ਹੈ, ਗੁਰੂ ਨੂੰ ਉਹ ਹੀ ਪਿਆਰ ਹੈ। ਗੁਰੂ ਦੇ ਸ਼ਬਦ ਨਾਲ ਪਿਆਰ ਹੀ ਸਹੀ ਪਿਆਰ ਹੈ। ਸਤਨਾਮ ਦਾ ਜਾਪ ਕਰਨ ਨਾਲ ਹੀ ਰੰਗ ਚੜ੍ਹਦਾ ਹੈ ਅਤੇ ਪ੍ਰੇਮ ਪਰਪੱਕ ਹੁੰਦਾ ਹੈ। ਸ਼ਬਦ ਪੜ੍ਹਨ ਉਪਰੰਤ ਹੁਕਮ ਕੀਤਾ ਕਿ ਕੋਈ ਬੁਲਾਵੇ ਨਾ, ਇਕਾਂਤ ਵਿੱਚ ਚਲੇ ਗਏ। 7 ਦਿਨ ਥੰਮ ਦੀ ਢੋਹਾ ਲਗਾ ਕੇ ਕੀਰਤਨ ਹੀ ਸੁਣਦੇ ਗਏ। ਕੀਰਤਨ ਸੁਣਦਿਆਂ ਹੀ ਜੋਤੀ ਜੋਤ ਸਮਾ ਗਏ। ਆਪ ਜੀ 3 ਮਾਰਚ 1644 ਈਸਵੀ ਨੂੰ ਜੋਤੀ ਜੋਤ ਸਮਾਏ। ਉਸ ਦਿਨ ਐਤਵਾਰ ਸੀ।
ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਵਾਲੇ ਸਮੇਂ ਆਕਾਸ਼ ਦਾ ਰੰਗ ਗੁਲਾਬ ਵਰਗਾ ਲਾਲ ਸੀ ਤੇ ਹਵਾ ਵਿੱਚ ਮਿੱਠੀ ਮਿੱਠੀ ਗਾਉਣ ਦੀ ਆਵਾਜ਼ ਸੁਣੀਦੀ ਸੀ। ਠੰਡੀ ਤੇ ਖੁਸ਼ਬੂਦਾਰ ਪਵਨ ਚੱਲਦੀ ਸੀ। ਇੱਕ ਵਾਰੀ ਤਾਂ ਸਾਰੇ ਪਾਸੇ ਕੁਰਲਾਹਟ ਮਚ ਗਈ। ਭਾਵੇਂ ਸੰਗਤਾਂ ਜਾਣਦੀਆਂ ਸਨ ਕਿ ਗੁਰੂ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਹੈ, ਪਰ ਸਾਹਮਣੇ ਹੰਸ ਉੱਡਦਾ ਦੇਖ ਸਭ ਨੇ ਰੁਦਨ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਹਰ ਰਾਏ ਜੀ ਨੇ ਧੀਰਜ ਦਿੱਤਾ ਤੇ ਰੋਣ ਕੁਰਲਾਉਣ ਤੋਂ ਵਰਜਿਆ। ਸਤਲੁਜ ਦੇ ਕਿਨਾਰੇ ਤੇ ਹੀ ਅੰਗੀਠਾ ਬਣਾਇਆ ਗਿਆ ਤੇ ਜਦ ਅੰਗੀਠੇ ਨੂੰ ਅੱਗ ਦਿੱਤੀ ਗਈ ਤੇ ਅੱਗ ਦੇ ਭਾਂਬੜ ਕੁਝ ਉੱਚੇ ਹੋਏ ਤਾਂ ਸਭ ਦੇ ਦੇਖਦਿਆਂ ਹੀ ਦੇਖਦਿਆਂ ਰਾਜਾ ਰਾਮ ਪ੍ਰਤਾਪ ਸਿੰਘ ਨਾਮੀ ਰਾਜਪੂਤ ਨੇ, ਜੋ ਗੁਰੂ ਹਰਗੋਬਿੰਦ ਦਾ ਪਿਆਰਾ ਸੀ, ਅੱਗ ਵਿੱਚ ਛਾਲ ਮਾਰ ਦਿੱਤੀ। ਉਸ ਦੇ ਪਿੱਛੋਂ ਬਹੁਤ ਸਾਰਿਆਂ ਨੇ ਅੱਗ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਹਰ ਰਾਏ ਜੀ ਨੇ ਸਖਤੀ ਨਾਲ ਮਨਾਹੀ ਕੀਤੀ। ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਉੱਤੇ ਮੁਹਸਨ ਫਾਨੀ ਨੇ ਸਮੇਂ ਦੇ ਪ੍ਰਸਿੱਧ ਕਵੀ ਦੌਲਤ ਖਾਂ ਕਾਕਸਾਲ ਦੀ ਰੁਬਾਈ ਲਿਖੀ ਹੈ, ਜੋ ਪ੍ਰਗਟ ਕਰਦੀ ਹੈ ਕਿ ਗੁਰੂ ਹਰਗੋਬਿੰਦ ਸਭ ਜੀਆਂ ਦੇ ਪਿਆਰੇ ਸਨ ਤੇ ਲੋਕੀ ਉਹਨਾਂ ਤੋਂ ਜਾਨ ਵਾਰ ਕੇ ਆਨੰਦ ਲੈਂਦੇ ਸਨ। ਰੁਬਾਈ ਦਾ ਭਾਵ ਹੈ, ਮੁਰਸ਼ਦ ਦੇ 100 ਸੁਖਨਾ ਵਿੱਚੋਂ ਇੱਕੋ ਮੈਨੂੰ ਯਾਦ ਰਹਿਆ, ਜਗ ਵੀਰਾਨ ਨਾ ਹੋਵੇ ਜੇਕਰ ਮੈਂ ਖਾਨਾ ਆਬਾਦ ਰਹਿਆ। ਜੇਕਰ ਜਿੰਦ ਦੇ ਸਕੇ ਕੋਈ, ਦਿਲ ਕੋਈ ਲੈ ਸਕਣ ਨੂੰ, ਜਿੰਦ ਦੇਣਾ ਤੇ ਦਿਲ ਲੈ ਲੈਣਾ, ਦੋਵੇਂ ਰੱਬ ਦੀ ਦਾਤ ਰਹਿਆ। ਇਹ ਗੁਰੂ ਹਰਗੋਬਿੰਦ ਜੀ ਹੀ ਸਨ ਜੋ ਹਿਰਦੇ ਵਿੱਚ ਤੜਪ ਪੈਦਾ ਕਰ ਦਿੰਦੇ ਸਨ ਤੇ ਲੋਕੀ ਜਿੰਦਾ ਘੋਲ ਘੁਮਾਉਂਦੇ ਸਨ। ਵੱਡ ਯੋਧਾ ਬਹੁ ਪਰਉਪਕਾਰੀ। ਸਮੁੱਚੀ ਜੀਵਨੀ ਇੱਕ ਨਜ਼ਰ ਵਿੱਚ। ਭਾਈ ਗੁਰਦਾਸ ਜੀ ਗੁਰੂ ਹਰਗੋਬਿੰਦ ਜੀ ਦੀ ਮਹਾਨ ਸ਼ਖਸੀਅਤ ਬਾਰੇ ਲਿਖਦੇ ਹਨ ਕਿ ਸੰਸਾਰ ਉੱਤੇ ਯੋਧੇ ਅਵੱਸ਼ ਹੁੰਦੇ ਹਨ, ਪਰ ਉਹ ਪਰਉਪਕਾਰੀ ਨਹੀਂ ਹੁੰਦੇ। ਜੇਤੂ ਘੱਟ ਹੀ ਕਦੇ ਨਰਮੀ ਵਰਤਦਾ ਹੈ, ਪਰ ਸਾਹਿਬ ਗੁਰੂ ਹਰਗੋਬਿੰਦ ਵਿੱਚ ਯੋਧਾ ਤੇ ਪਰਉਪਕਾਰੀ ਵਾਲੇ ਦੋਵੇਂ ਮਹਾਨ ਗੁਣ ਇੱਕੋ ਥਾਵੇਂ ਦੇਖੇ ਜਾ ਸਕਦੇ ਹਨ ਤੇ ਪ੍ਰਗਟ ਹਨ। ਗੁਰੂ ਹਰਗੋਬਿੰਦ ਜੀ ਵਿੱਚ ਦੋਵੇਂ ਗੁਣ ਇੱਕ ਥਾਂ ਹੋਣ ਕਾਰਨ ਬਹੁਤ ਵਾਰੀ ਆਪਣੇ ਹੀ ਉਹਨਾਂ ਨੂੰ ਗਲਤ ਸਮਝਦੇ ਰਹੇ। ਕਿਸੇ ਪਰਾਏ ਨੇ ਭਗਤੀ ਸ਼ਕਤੀ, ਤਲਵਾਰ, ਤਸਬੀਹ, ਮਾਲਾ, ਭਾਲਾ ਇਕੱਠੇ ਦੇਖ ਕੇ ਹੈਰਾਨੀ ਪ੍ਰਗਟ ਕਰਨੀ ਹੀ ਸੀ। ਹੈਰਾਨੀ ਪ੍ਰਗਟ ਕਰਨ ਵਾਲਿਆਂ ਵਿੱਚ ਜਹਾਂਗੀਰ ਸਭ ਤੋਂ ਅਗੇਰੇ ਸੀ। ਉਸਨੇ ਤਲਵਾਰ ਨੂੰ ਦੇਖ ਹੀ ਗ੍ਰਿਫਤਾਰੀ ਕੀਤੀ। ਸਮਰੱਥ ਰਾਮਦਾਸ ਨੇ ਸ਼ਸਤਰਾਂ ਦੀ ਵਰਤੋਂ ਤੇ ਮਹੱਤਤਾ ਨਾ ਸਮਝ ਹੀ ਕਿਹਾ ਸੀ, ਗੁਰੂ ਨਾਨਕ ਇੱਕ ਸਾਧ ਸੀ ਤੇ ਤੁਸੀਂ ਹਥਿਆਰਬੰਦ ਹੋ। ਫੌਜਾਂ ਘੋੜੇ ਰੱਖੇ ਹੋਏ ਹਨ, ਤੁਸੀਂ ਸਾਧੂ ਕਾਹਦੇ ਹੋ। ਜਹਾਂਗੀਰ ਸ਼ਾਹ ਨੇ ਗੁਜਰਾਤ ਵਿਖੇ ਘੋੜੇ ਲਸ਼ਕਰ ਦੇਖ ਕੇ ਅਸ਼ਚਰਜਤਾ ਦਿਖਾਈ ਸੀ। ਇਹ ਸਾਰੇ ਭੁੱਲ ਗਏ ਜਾਂ ਜਾਣਦੇ ਹੀ ਨਹੀਂ ਸਨ ਕਿ ਗੁਰੂ ਹਰਗੋਬਿੰਦ ਜੀ ਉਸੇ ਬਿਰਛ ਦਾ ਫਲ ਹਨ ਜਿਸ ਨੂੰ ਗੁਰੂ ਨਾਨਕ ਜੀ ਨੇ ਬੀਜਿਆ ਸੀ ਤੇ ਉਹ ਬੀਜ ਹੀ ਫਿਰ ਦਰਖਤ ਹੋ ਨਿਬੜਿਆ। ਇਸ ਰੁੱਖ ਨੇ ਸਿੱਖੀ ਦੀ ਰੱਖਿਆ ਕੀਤੀ ਤੇ ਛਾਂ ਦਿੱਤੀ। ਬਿਰਖ ਹੈ ਫਲ, ਫਲ ਤੇ ਬਿਰਖ, ਆਚਰਜੋ ਆਸ਼ਚਰਜ ਸੁਹਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਪਸ਼ਟ ਲਿਖਿਆ ਹੈ ਤੇ ਸਮਝ ਵਾਲੇ ਜਾਣਦੇ ਹਨ ਕਿ ਕਿਸੇ ਗੁਰੂ ਵਿਅਕਤੀ ਵਿੱਚ ਕੋਈ ਅੰਤਰ ਨਹੀਂ, ਬੇਸਮਝ ਹੀ ਫਰਕ ਪਾਉਂਦੇ ਹਨ। ਸਾਧਨ ਲਖਾ ਮੂੜ ਨਾ ਪਾਇਓ। ਭਾਈ ਨੰਦ ਲਾਲ ਜੀ ਸ਼੍ਰੀ ਜੋਤ ਬਿਲਾਸ ਵਿੱਚ ਲਿਖਦੇ ਹਨ ਕਿ ਉਹ ਹੀ ਗੁਰੂ ਰਾਮਦਾਸ ਜੀ ਹਨ ਤੇ ਉਹ ਹੀ ਗੁਰੂ ਅਰਜਨ ਦੇਵ ਜੀ ਹਨ, ਉਹ ਹੀ ਗੁਰੂ ਹਰਗੋਬਿੰਦ ਸਾਹਿਬ ਬਖਸ਼ਿੰਦ ਅਤੇ ਨੇਕ ਹਨ। ਮੁਹਸਨ ਫਾਨੀ ਲਿਖਦਾ ਹੈ ਕਿ ਸਿੱਖ ਗੁਰੂ ਹਰਗੋਬਿੰਦ ਜੀ ਨੂੰ ਰੂਹਾਨੀ ਪੇਸ਼ਵਾ ਕਰਕੇ ਪੂਜਦੇ ਹਨ। ਸਿੱਖਾਂ ਦਾ ਇਹ ਵੀ ਅਹਿਤਕਾਦ ਹੈ ਕਿ ਉਹ ਆਪ ਨਿਰੰਕਾਰ ਹੈ, ਜੋ 6 ਵਾਰੀ ਗੁਰੂ ਨਾਨਕ ਤੋਂ ਗੁਰੂ ਹਰਗੋਬਿੰਦ ਤੱਕ ਕਲਾ ਧਾਰ ਕੇ ਉਧਾਰ ਲਈ ਆਇਆ ਹੈ। ਇੱਕ ਵਾਰੀ ਮੁਹਸਨ ਫਾਨੀ ਨੂੰ ਚਿੱਠੀ ਵਿੱਚ ਗੁਰੂ ਹਰਗੋਬਿੰਦ ਜੀ ਨੇ ਆਪਣੇ ਦਸਖਤਾਂ ਦੀ ਥਾਂ ਨਾਨਕ ਪਾਇਆ ਸੀ। ਗੁਰੂ ਹਰਗੋਬਿੰਦ ਜੀ ਉਹਨਾਂ ਹੀ ਆਦਰਸ਼ਾਂ ਦਾ ਪ੍ਰਚਾਰ ਕਰ ਰਹੇ ਸਨ ਜਿਨ੍ਹਾਂ ਦਾ ਗੁਰੂ ਨਾਨਕ ਜੀ ਜਾਂ ਪੰਜੇ ਗੁਰੂ ਸਾਹਿਬਾਨ ਕਰ ਗਏ ਸਨ। ਗੁਰੂ ਅਰਜਨ ਜੀ ਨੇ ਭਾਈ ਚੂਹੜ ਦੇ ਉੱਤਰ ਵਿੱਚ ਠੀਕ ਆਖਿਆ ਸੀ ਕਿ ਅਸਾਂ ਕਿਰਪਾਨ ਪਹਿਨਣੀ ਹੈ, ਪਰ ਹਰਗੋਬਿੰਦ ਦਾ ਰੂਪ ਧਾਰ ਕੇ, ਤੇ ਫਿਰ ਮੀਰੀ ਦੀ ਮੀਰੀ ਖਿੱਚ ਲੈਣੀ ਹੈ ਤੇ ਪੀਰੀ ਦੀ ਪੀਰੀ। ਤਲਵਾਰ ਮੀਰੀ ਦਾ ਚਿੰਨ੍ਹ ਵੀ ਹੈ ਤੇ ਪੀਰੀ ਦਾ ਵੀ। ਖੰਨਿਓ ਤਿੱਖੀ ਵਾਲੋ ਨਿੱਕੀ, ਬਾਬਾ ਫਰੀਦ ਜੀ ਆਖ ਗਏ ਸਨ। ਸੂਲੀ ਉੱਪਰ ਖੇਲਣਾ ਉਹਨਾਂ ਦਾ ਹੀ ਫਰਮਾਨ ਸੀ। ਗੁਰੂ ਨਾਨਕ ਜੀ ਦਾ ਸਿਰ ਧਰ ਤਲੀ ਗਲੀ ਮੇਰੀ ਆਓ ਅਤੇ ਸੀਸ ਬੁੱਢੇ ਕਰ ਬੈਸਣ ਦੀਜੈ ਆਖਣ ਤਲਵਾਰ ਦੀ ਖੇਡ ਦਾ ਹੀ ਉਲਥਾ ਸੀ।
ਗੁਰੂ ਅਮਰਦਾਸ ਜੀ ਨੇ ਇਸੇ ਭਗਤੀ ਨੂੰ ਖੰਨਿਓ ਤਿੱਖੀ ਵਾਲੋ ਨਿੱਕੀ ਕਿਹਾ ਹੈ। ਸੋ ਤਲਵਾਰ ਨਿਰਾ ਸ਼ਕਤੀ ਦਾ ਹੀ ਚਿੰਨ੍ਹ ਨਹੀਂ, ਭਗਤੀ ਦਾ ਵੀ ਪ੍ਰਤੀਕ ਹੈ। ਗੁਰੂ ਹਰਗੋਬਿੰਦ ਜੀ ਨੇ 2 ਤਲਵਾਰਾਂ ਪਹਿਨ ਕੇ ਗੁਰੂ ਨਾਨਕ ਦੇ ਮੱਤ ਨੂੰ ਹੀ ਮੂਰਤੀਮਾਨ ਕੀਤਾ ਸੀ। ਜਿਨ੍ਹਾਂ ਇਤਿਹਾਸਕਾਰਾਂ ਜਾਂ ਲੇਖਕਾਂ ਨੇ ਗੁਰੂ ਜੀ ਦੀ ਜੀਵਨੀ ਗੌਰ ਨਾਲ ਨਹੀਂ ਪੜ੍ਹੀ, ਉਹਨਾਂ ਹੀ ਗੁਰੂ ਜੀ ਦੀ ਸ਼ਖਸੀਅਤ ਬਾਰੇ ਗਲਤ ਲਿਖਿਆ ਹੈ। ਉਹਨਾਂ ਦੇ ਕਰਮਾਂ ਨੂੰ ਪਹਿਲੇ ਗੁਰੂ ਸਾਹਿਬਾਨ ਦੇ ਵਿਰੋਧੀ ਜਾਂ ਸਵੈ ਵਿਰੋਧੀ ਆਖਣਾ ਇੱਕ ਭੁੱਲ ਹੈ। ਅਸਲ ਗੱਲ ਇਹ ਹੈ ਕਿ ਗੁਰੂ ਹਰਗੋਬਿੰਦ ਜੀ ਬਹੁਤ ਕਰਕੇ ਉਲਥਾਕਾਰਾਂ ਦਾ ਹੀ ਸ਼ਿਕਾਰ ਹੋਏ ਹਨ। ਉਲਥਾਕਾਰਾਂ ਨੇ ਵਜ੍ਹਾ ਸਿਪਾਹੀਆਂ ਪੇਸ਼ ਗ੍ਰਿਫਤਵ ਬਰਖਿਲਾਫ ਪਿਦਰ ਸ਼ਮਸ਼ੇਰ ਬਸਤ ਨੂੰ ਨਾ ਸਮਝ ਕੇ ਹੀ ਠੇਡੇ ਖਾਦੇ ਹਨ। ਉਹਨਾਂ ਅਣਜਾਣ ਉਲਥਾਕਾਰਾਂ ਲਿਖ ਦਿੱਤਾ ਕਿ ਉਸ ਗੁਰੂ ਹਰਗੋਬਿੰਦ ਨੇ ਜਹਾਂਗੀਰ ਦਾ ਸਿਪਾਹੀ ਬਣਨਾ ਸਵੀਕਾਰ ਕਰ ਲਿਆ ਤੇ ਫਿਰ ਬਾਪ ਵਿਰੁੱਧ ਤਲਵਾਰ ਉਠਾਈ। ਅਰਥ ਬਹੁਤ ਸਪਸ਼ਟ ਹਨ, ਸਿਰਫ ਨਾ ਸਮਝੀ ਦਾ ਮੁਜ਼ਾਹਰਾ ਕਰਨ ਲਈ ਹੀ ਇਹ ਅਰਥ ਕੀਤੇ ਗਏ। ਅਰਥ ਹਨ, ਉਹਨਾਂ ਗੁਰੂ ਹਰਗੋਬਿੰਦ ਨੇ ਸਿਪਾਹੀਆਨਾ ਸ਼ਕਲ ਧਾਰਨ ਕੀਤੀ ਤੇ ਪਿਤਾ ਦੇ ਸੁਭਾਅ ਦੇ ਉਲਟ ਤਲਵਾਰ ਪਹਿਨੀ। ਇਹ ਇੱਕ ਸੱਚਾਈ ਹੈ ਕਿ ਗੁਰੂ ਅਰਜਨ ਜੀ ਤਲਵਾਰਾਂ ਨਹੀਂ ਸਨ ਪਹਿਨਦੇ ਤੇ ਇਹ ਇੱਕ ਹਕੀਕਤ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਪਹਿਨੀਆਂ। ਸੋ ਇਸ ਗੱਲ ਨੂੰ ਲੈ ਕੇ ਕੋਈ ਲਿਖ ਦੇਵੇ ਕਿ ਗੁਰੂ ਹਰਗੋਬਿੰਦ ਜੀ ਨੇ ਨੌਕਰੀ ਕਰ ਲਈ, ਸੋਭਦਾ ਹੀ ਨਹੀਂ, ਗੁਸਤਾਖੀ ਵੀ ਹੈ। ਫਿਰ ਇਹ ਇੱਕ ਅਜੀਬ ਵਾਰਤਾ ਹੈ ਕਿ ਗੁਰੂ ਜੀ ਪੰਜਾਬ ਵਿੱਚ ਜਹਾਂਗੀਰ ਨਾਲ ਥਾਂ-ਥਾਂ ਜਾਂਦੇ ਦੱਸਿਆ ਹੈ ਤੇ ਹਮ ਰਕਾਬ ਕਿਹਾ ਹੈ। ਜਹਾਂਗੀਰ 1609 ਈਸਵੀ ਪੰਜਾਬ ਤੋਂ ਗਿਆ, ਫਿਰ 1619 ਈਸਵੀ ਵਿੱਚ ਆਇਆ। 1610 ਵਿੱਚ ਜਹਾਂਗੀਰ ਨੇ ਜਦ ਮੁਰਤਜ਼ਾ ਖਾਨ ਨੂੰ ਪੰਜਾਬ ਜਾਗੀਰ ਵਜੋਂ ਦੇ ਦਿੱਤਾ ਤਾਂ ਉਹ ਪੰਜਾਬ ਵੱਲੋਂ ਬਿਲਕੁਲ ਨਿਸ਼ਚਿੰਤ ਹੋ ਗਿਆ। ਗੁਰੂ ਹਰਗੋਬਿੰਦ ਜੀ ਉਸ ਸਮੇਂ ਗਵਾਲੀਅਰ ਵਿੱਚ ਸਨ। ਗੁਰੂ ਜੀ ਕਿਲੇ ਵਿੱਚ ਗ੍ਰਿਫਤਾਰ ਤਕਰੀਬਨ 27 ਮਹੀਨੇ ਰਹੇ ਤੇ ਫਿਰ ਉਹ ਸਿੱਧੇ ਹੀ ਪੰਜਾਬ ਵਿੱਚ ਆ ਗਏ। ਸੋ ਇਹ ਕਿਤਨਾ ਨਿਰਮੂਲ ਤੇ ਫਜ਼ੂਲ ਜਾਪਦਾ ਹੈ ਕਿ ਗੁਰੂ ਹਰਗੋਬਿੰਦ ਜੀ ਜਹਾਂਗੀਰ ਦੇ ਹਮ ਰਕਾਬ ਜਾਂ ਹਮ ਖੇਮਾ ਰਹੇ। ਟਰੰਪ ਦਾ ਇਹ ਲਿਖਣਾ ਤਾਂ ਵੱਡੀ ਗਲਤੀ ਤੇ ਸਖਤ ਨਾ ਸਮਝੀ ਹੈ ਕਿ ਰੂਹਾਨੀ ਤੌਰ ਉੱਤੇ ਗੁਰੂ ਹਰਗੋਬਿੰਦ ਜੀ ਪਹਿਲੇ ਗੁਰੂ ਸਾਹਿਬਾਨ ਨਾਲੋਂ ਘੱਟ ਜਾਂ ਪੂਰਾ ਅਸਰ ਨਹੀਂ ਸਨ ਪਾ ਸਕੇ। ਉਸਨੇ ਇਹ ਦਲੀਲ ਦਿੱਤੀ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਕੋਈ ਬਾਣੀ ਦੀ ਤੁਕ ਨਹੀਂ ਉਚਾਰੀ, ਸੋ ਉਹ ਗੁਰੂ ਸਾਹਿਬਾਨ ਦੇ ਟਾਕਰੇ ਉੱਤੇ ਪਿੱਛੇ ਰਹਿ ਜਾਂਦੇ ਹਨ। ਉਹ ਭਲਾ ਲੋਕ ਭੁੱਲ ਗਿਆ ਕਿ ਜੇ ਬਾਣੀ ਦੇ ਵੱਧ ਘੱਟ ਉਚਾਰਨ ਦਾ ਸਵਾਲ ਹੁੰਦਾ ਤਾਂ ਗੁਰੂ ਅੰਗਦ ਦੇਵ ਜੀ ਨੇ ਕੁੱਲ 61 ਸ਼ਲੋਕ ਉਚਾਰੇ ਹਨ। ਗੁਰੂ ਥਾਪਣ ਦੀ ਕਸੌਟੀ ਤਾਂ ਘਾਲ ਕਮਾਈ ਸੇਵਾ ਤੇ ਅਰਪਣ ਸੀ, ਫਿਰ ਬਾਣੀ ਜੀਣ ਲਈ ਹੈ। ਸਿੱਖੀ ਅਸੂਲਾਂ ਦਾ ਪਲੰਦਾ ਨਹੀਂ, ਇੱਕ ਜੀਵਨ ਜਾਚ ਹੈ। ਗੁਰੂ ਹਰਗੋਬਿੰਦ ਜੀ ਨੇ ਸਾਰਾ ਜੀਵਨ ਬਾਣੀ ਹੀ ਜੀਵੀ। ਸਮਕਾਲੀ ਇਤਿਹਾਸਕਾਰ ਮੁਹਸਨ ਫਾਨੀ ਦੇ ਕਥਨ ਟਰੰਪ ਨੂੰ ਝੁਠਲਾਉਣ ਲਈ ਕਾਫੀ ਹਨ। ਉਹ ਲਿਖਦਾ ਹੈ ਕਿ ਈਰਾਨ, ਅਰਬ, ਤੁਰਕਸਤਾਨ ਤੇ ਹਿੰਦੁਸਤਾਨ ਦੇ ਕੋਨਿਆਂ-ਕੋਨਿਆਂ ਤੋਂ ਜਗਿਆਸੂ ਤੇ ਰੱਬ ਦੇ ਢੁੰਡਾਓ ਗੁਰੂ ਹਰਗੋਬਿੰਦ ਜੀ ਕੋਲੋਂ ਜੀਵਨ ਦਾਤ ਤੇ ਰੌਸ਼ਨੀ ਲੈਣ ਆਉਂਦੇ ਸਨ। ਬੰਗਾਲ ਦੇ ਇੱਕ ਟਾਪੂ ਦੇ ਰਾਜੇ ਨੇ ਤਾਂ ਦੂਤ ਵੀ ਭੇਜਿਆ ਸੀ ਕਿ ਗੁਰੂ ਜੀ ਉੱਥੇ ਪੁੱਜ ਕੇ ਪਰਜਾ ਨੂੰ ਆਤਮਕ ਉਪਦੇਸ਼ ਦੇਣ। ਨੀਤੀ ਵਸ ਆਪ ਪੰਜਾਬ ਛੱਡਣਾ ਯੋਗ ਨਹੀਂ ਸਮਝਦੇ ਸਨ। ਹਰ ਕੋਈ ਉਹਨਾਂ ਨੂੰ ਰੂਹਾਨੀਅਤ ਦਾ ਪੈਗੰਬਰ ਕਰਕੇ ਸਤਿਕਾਰਦਾ ਸੀ। ਬਾਬਾ ਸ਼੍ਰੀ ਚੰਦ ਜੀ ਨੇ ਇਸੇ ਕਰਕੇ ਹੀ ਸਤਿਕਾਰ ਦਿੱਤਾ ਸੀ ਤੇ ਆਪਣੀ ਸਾਰੀ ਕਮਾਈ ਵੀ ਗੁਰਪੁੱਤਰਾਂ ਦੇ ਹਵਾਲੇ ਕਰ ਦਿੱਤੀ ਸੀ। ਸ਼ਿਵਾਜੀ ਮਰਹੱਟਾ ਦੇ ਧਾਰਮਿਕ ਗੁਰੂ ਸਮਰੱਥ ਰਾਮਦਾਸ ਨੇ ਜਦ ਬਾਤਨ ਫਕੀਰੀ ਜ਼ਾਹਿਰ ਅਮੀਰੀ ਸ਼ਸਤਰ ਗਰੀਬ ਕੀ ਰੱਖਿਆ ਤੇ ਜਰਵਾਣੇ ਕੀ ਭਾਖਿਆ ਲਈ, ਬਾਬਾ ਨਾਨਕ ਨੇ ਸੰਸਾਰ ਨਹੀਂ ਤਿਆਗਾ ਥਾ, ਮਾਇਆ ਤਿਆਗੀ ਥੀ। ਗੁਰੂ ਦੇ ਮੁਖ ਤੋਂ ਸੁਣਿਆ ਤਾਂ ਫੱਟ ਬੋਲ ਉੱਠਿਆ, ਇਹ ਬਾਤ ਹਮਾਰੇ ਮਨ ਭਾਵਤੀ ਹੈ। ਰਾਜਪੂਤ ਤਾਂ ਗੁਰੂ ਹਰਗੋਬਿੰਦ ਜੀ ਨੂੰ ਸਿੱਖ ਸ਼ਰਧਾਲੂਆਂ ਤੋਂ ਵੱਧ ਸਨਮਾਨ ਦਿੰਦੇ ਸਨ। ਮੀਆਂ ਮੀਰ ਜੀ ਜੋ ਆਪ ਇੱਕ ਪੁੱਜੇ ਹੋਏ ਫਕੀਰ ਸਨ ਨੇ ਆਪਣੇ ਸੇਵਕਾਂ ਨੂੰ ਇੱਕ ਸਵਾਲ ਦੇ ਉੱਤਰ ਵਿੱਚ ਕਿਹਾ ਸੀ ਕਿ ਗੁਰੂ ਹਰਗੋਬਿੰਦ ਖੁਦ ਖੁਦਾ ਰੂਪ ਹੈ। ਜਦ ਕਈਆਂ ਨੇ ਸ਼ਾਹਜਹਾਨ ਪਾਸ ਸ਼ਿਕਾਇਤਾਂ ਕੀਤੀਆਂ ਕਿ ਮੀਆਂ ਮੀਰ ਗੁਰੂ ਨੂੰ ਬਹੁਤ ਆਦਰ ਦਿੰਦੇ ਹਨ ਤਾਂ ਮੀਆਂ ਮੀਰ ਜੀ ਨੇ ਕਿਹਾ ਸੀ, ਕੀ ਕਰਾਂ, ਜਦ ਬਰਕਤਾਂ ਲੈਣ ਅੱਲਾ ਦੇ ਦਰ ਤੇ ਜਾਂਦਾ ਹਾਂ ਤਾਂ ਉੱਥੇ ਤਖਤ ਉੱਤੇ ਗੁਰੂ ਹਰਗੋਬਿੰਦ ਵਰਗਾ ਹੀ ਬੈਠਾ ਹੋਇਆ ਦੇਖਦਾ ਹਾਂ। ਇੱਕ ਪ੍ਰਸ਼ਨ ਦੇ ਉੱਤਰ ਵਿੱਚ ਉਹਨਾਂ ਕਿਹਾ ਸੀ, ਗੁਰੂ ਹਰਗੋਬਿੰਦ ਦਾ ਮਨ ਪਵਿੱਤਰ ਹੈ, ਉਹਨਾਂ ਦੀ ਬਾਣੀ ਦਿਲ ਤੇ ਅਸਰ ਕਰਦੀ ਹੈ। ਜਿਹੜੇ ਮਨੁੱਖ ਗੁਰੂ ਜੀ ਦੀ ਬਾਣੀ ਸੁਣਦੇ ਹਨ ਉਹਨਾਂ ਦੇ ਸਭ ਸ਼ੰਕੇ ਦੂਰ ਹੋ ਜਾਂਦੇ ਹਨ। ਸਵਾਮੀ ਨਿਤਾਨੰਦ, ਸੈਯਦ ਜਾਨੀ, ਖਵਾਜਾ ਰੋਸ਼ਨ ਜਮਾਲ, ਪੀਰ ਪਰਾ ਕੈਵਾਨੀ ਦੀਆਂ ਉਦਾਹਰਨਾਂ ਹੀ ਕਾਫੀ ਹਨ ਕਿ ਗੁਰੂ ਜੀ ਨੂੰ ਦੂਜੇ ਧਰਮਾਂ ਵਾਲੇ ਕਿਹੜੀ ਥਾਂ ਦਿੰਦੇ ਸਨ। ਪੀਰ ਸ਼ਾਹ ਦੌਲਾ ਗੁਜਰਾਤ ਵਾਲਿਆਂ ਨੇ ਗੁਰੂ ਜੀ ਦੀਆਂ ਜੰਗਾਂ ਲਈ ਰਸਤਾ ਤੇ ਰਕਮਾਂ ਵੀ ਭੇਜੀਆਂ ਸਨ।
ਦੁੱਖ ਤਾਂ ਇਹ ਹੈ ਕਿ ਗੁਰੂ ਜੀ ਨੂੰ ਓਪਰੀ ਨਜ਼ਰ ਨਾਲ ਹੀ ਦੇਖਿਆ ਗਿਆ ਹੈ। ਓਪਰੀ ਨਜ਼ਰ ਨਿਰੀ ਮਾੜੀ ਹੀ ਨਹੀਂ, ਹਾਨੀਕਾਰਕ ਵੀ ਹੁੰਦੀ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਕਈ ਪੌੜੀਆਂ ਇਸ ਗੱਲ ਨੂੰ ਸਮਝਾਉਣ ਲਈ ਲੱਗੀਆਂ ਹਨ। ਉਹਨਾਂ ਠੀਕ ਲਿਖਿਆ ਹੈ ਕਿ 6 ਗੁਰੂ ਸਾਹਿਬਾਨ ਵਿੱਚ ਰਤਾ ਭਰ ਵੀ ਫਰਕ ਨਹੀਂ ਹੈ। ਇਹ 6ਵਾਂ ਗੁਰੂ ਹਰਗੋਬਿੰਦ ਵੀ ਉਸੇ ਮਾਲਾ ਦਾ ਮਣਕਾ ਹੈ। 5 ਪੀਰ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਜੀ ਨੇ 5 ਪਿਆਲਿਆਂ ਵਿੱਚੋਂ ਸਤ, ਸੰਤੋਖ, ਦਇਆ, ਧਰਮ ਤੇ ਧੀਰਜ ਪੀ ਕੇ ਅਭਿਆਸ ਕੀਤਾ ਤੇ ਸ਼ਕਤੀ ਗੁਰੂ ਹਰਗੋਬਿੰਦ ਵਿੱਚ ਭਰੀ ਤੇ ਉਹ ਹੁਣ ਸਾਰੇ ਗੁਣ ਗ੍ਰਹਿਣ ਕਰਕੇ ਬਹੁਤ ਵੱਡੇ ਹੋ ਗੁਰਗੱਦੀ ਉੱਤੇ ਬੈਠੇ ਹਨ। ਉਹਨਾਂ ਪਾਸ 5 ਦਾ ਤਜਰਬਾ ਹੈ। ਉਹ ਅਮੀਰ ਹਨ। ਗੁਰੂ ਹਰਗੋਬਿੰਦ ਜੀ ਗੁਰੂ ਅਰਜਨ ਜੀ ਦਾ ਹੀ ਸਰੂਪ ਹਨ ਤੇ ਅਰਜਨ ਜੀ ਨੇ ਕਾਇਆ ਪਲਟ ਕੇ ਗੁਰੂ ਹਰਗੋਬਿੰਦ ਜੀ ਦੀ ਮੂਰਤ ਬਣਾਈ। ਗੁਰੂ ਅਰਜਨ ਜੀ ਨੂੰ ਗੁਰੂ ਹਰਗੋਬਿੰਦ ਚੰਗਾ ਲੱਗਾ ਤਾਂ ਹੀ ਗੁਰਗੱਦੀ ਦਿੱਤੀ ਗਈ। 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਤੇ ਫਿਰ ਗੁਰ ਗੋਵਿੰਦ ਗੋਵਿੰਦ ਗੁਰ, ਜੋਤ ਇੱਕ ਦੁਏ ਨਾਵ ਧਰਾਇਆ, ਨਦੀ ਕਿਨਾਰੇ ਆਖੀਨ ਪੁੱਛੇ, ਪਾਰਾ ਵਾਰ ਨਾ ਪਾਇਆ, ਹੋਰਨ ਅਲਖ ਨਾ ਲਖੀਐ ਗੁਰ ਗੁਰ, ਚੇਲੇ ਮਿਲ ਅਲਖ ਲਖਾਇਆ, ਹਰ ਗੋਬਿੰਦ ਗੁਰੂ ਗੁਰ ਪਾਇਆ। ਇਸੇ 24ਵੀਂ ਵਾਰ ਵਿੱਚ ਭਾਈ ਗੁਰਦਾਸ ਜੀ ਸਮਝਾਉਂਦੇ ਹਨ ਕਿ ਗੁਰੂ ਨਾਨਕ ਦੇਵ ਨਿਰੰਕਾਰ ਹਨ। ਨਿਰੰਕਾਰ ਨੇ ਹੀ ਆਪਣਾ ਆਕਾਰ ਬਣਵਾਇਆ ਹੈ। ਗੁਰੂ ਅੰਗਦ ਗੁਰੂ ਨਾਨਕ ਦੇ ਅੰਗ ਤੋਂ ਗੰਗਾ ਦੀ ਤਰੰਗ ਵਾਂਗ ਉੱਠੇ ਹਨ। ਨਾਨਕ ਗੰਗਾ ਦੀ ਲਹਿਰ ਹੀ ਗੁਰੂ ਅੰਗਦ ਹਨ। ਗੁਰੂ ਅੰਗਦ ਤੋਂ ਗੁਰੂ ਅਮਰਦਾਸ ਜੀ ਨੇ ਜੋਤੀ ਸਰੂਪ ਕੌਤਕ ਵਰਤਾਇਆ ਹੈ। ਜੋਤ ਨੇ ਹੀ ਚਮਤਕਾਰ ਕੀਤਾ ਹੈ। ਗੁਰੂ ਅਮਰਦਾਸ ਤੋਂ ਹੀ ਗੁਰੂ ਰਾਮਦਾਸ ਜੀ ਹੋਏ ਹਨ। ਮਾਨੋ ਅਨਹਦ ਨਾਦ ਨੇ ਰੂਪ ਧਾਰ ਕੇ ਸ਼ਬਦ ਸੁਣਾਇਆ ਹੈ। ਰਾਮਦਾਸ ਜੀ ਤੋਂ ਗੁਰੂ ਅਰਜਨ ਜੀ ਹੋਏ। ਜਿਸ ਤਰ੍ਹਾਂ ਕਿਸੇ ਸ਼ੀਸ਼ੇ ਵਿੱਚ ਪ੍ਰਤੀਬਿੰਬ ਹੁੰਦਾ ਹੈ, ਅਰਜਨ ਗੁਰੂ ਤੋਂ ਗੁਰੂ ਹਰਗੋਬਿੰਦ ਜੀ ਹੋਏ, ਜਿਨ੍ਹਾਂ ਨੇ ਇੱਕ ਅਕਾਲ ਪੁਰਖ ਦੀ ਹੋਂਦ ਦਾ ਡੰਕਾ ਮਾਰਿਆ ਤੇ ਲੋਕਾਂ ਨੇ ਉਸ ਨੂੰ ਗੋਬਿੰਦ ਵਾਹਿਗੁਰੂ ਆਖਿਆ। ਗੁਰੂ ਸਰੀਰ ਨਹੀਂ, ਸਿਰਫ ਸ਼ਬਦ ਹੈ ਤੇ ਉਹ ਸ਼ਬਦ ਪਹਿਲੇ ਗੁਰੂ ਤੋਂ ਚੱਲ ਰਿਹਾ ਹੈ ਤੇ ਉਸੇ ਸ਼ਬਦ ਦਾ ਪ੍ਰਚਾਰ ਗੁਰੂ ਹਰਗੋਬਿੰਦ ਜੀ ਕਰ ਰਹੇ ਹਨ ਤੇ ਉਹ ਸ਼ਬਦ ਕੇਵਲ ਸਾਧ ਸੰਗਤ ਵਿੱਚ ਜੁੜ ਬੈਠਿਆ ਹੀ ਪ੍ਰਗਟ ਹੁੰਦਾ ਹੈ। ਸੋ ਕਿਸੇ ਨੂੰ ਕਿਸੇ ਕਿਸਮ ਦਾ ਭਰਮ ਭੁਲੇਖਾ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਨੇ ਸ਼ਬਦ ਵਰਤਾਇਆ ਤੇ ਉਸੇ ਸ਼ਬਦ ਤੇ ਸੰਗਤ ਦੀ ਰੱਖਿਆ ਲਈ ਗੁਰੂ ਹਰਗੋਬਿੰਦ ਜੀ ਨੇ ਕੌਤਕ ਕੀਤੇ, ਕਿਰਪਾਨਾਂ ਪਹਿਨੀਆਂ। ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ, ਗੁਰ ਅੰਗਦ ਗੁਰ ਅੰਗ ਤੇ ਗੰਗੂ ਜਾਣ ਤਰੰਗ ਉਠਾਇਆ। ਅਮਰਦਾਸ ਗੁਰ ਅੰਗਦੋ, ਜੋਤ ਸਰੂਪ ਚਲਿਤ ਵਰਤਾਇਆ। ਗੁਰੂ ਅਮਰੋ ਗੁਰੂ ਰਾਮਦਾਸ, ਅਨਹਦ ਨਾਦੋ ਸ਼ਬਦ ਸੁਣਾਇਆ। ਰਾਮਦਾਸੋ ਅਰਜਨ ਗੁਰੂ, ਦਰਸ਼ਨ ਦਰਪਣ ਵਿੱਚ ਦਿਖਾਇਆ। ਹਰਗੋਬਿੰਦ ਗੁਰੂ ਅਰਜਨੋ, ਗੁਰੂ ਗੋਬਿੰਦ ਨਾਉ ਸਦਵਾਇਆ। ਗੁਰਮੂਰਤ ਗੁਰੂ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਪੈਰੀ ਪਾਏ ਸਭ ਜਗਤ ਤਰਾਇਆ। ਭਾਈ ਨੰਦ ਲਾਲ ਜੀ ਵੀ ਲਿਖਦੇ ਹਨ ਕਿ ਉਸ ਦੀ 6ਵੀਂ ਪਾਤਸ਼ਾਹੀ ਪਵਿੱਤਰ ਲਿਸ਼ਕਾਂ ਦੇ ਪ੍ਰਸਾਰਣ ਵਾਲੀ ਤੇ ਪਵਿੱਤਰ ਰੌਸ਼ਨੀਆਂ ਦੇ ਰੂਪ ਨੂੰ ਦਰਸਾਉਣ ਵਾਲੀ ਹੈ। ਉਸ ਦੀ ਰਹਿਮਤ ਦੀ ਤੇਜ ਰੌਸ਼ਨੀ ਸੰਸਾਰ ਵਾਸੀਆਂ ਨੂੰ ਚਾਨਣਾ ਦੇਣ ਵਾਲੀ ਅਤੇ ਉਸ ਦੀ ਵਡਿਆਈ ਦਾ ਚਾਨਣ ਹਨੇਰੇ ਵਿੱਚ ਰਹਿਣ ਵਾਲਿਆਂ ਦਾ ਹਨੇਰਾ ਦੂਰ ਕਰ ਦੇਣ ਵਾਲਾ ਹੈ। ਉਸ ਦੀ ਤਲਵਾਰ ਦੁਸ਼ਮਣਾਂ ਨੂੰ ਮਾਰ ਗਿਰਾਉਣ ਵਾਲੀ ਹੈ ਅਤੇ ਉਸ ਦਾ ਤੀਰ ਪੱਥਰਾਂ ਨੂੰ ਵੀ ਤੋੜ ਦੇਣ ਵਾਲਾ ਹੈ। ਉਹ ਸੰਸਾਰ ਨੂੰ ਸਜਾਉਣ ਵਾਲੀਆਂ 5 ਹੀ ਮਸਾਲਾਂ ਦੀ ਸੋਹਜ ਤੇ ਗਿਆਨ ਸਿੱਖਿਆ ਦੇ ਬਚਨ ਬਿਲਾਸ ਵਾਲੀ ਹਰ ਸਭਾ ਦੀ ਰੌਣਕ ਹੈ। ਗੁਰੂ ਹਰਗੋਬਿੰਦ ਦਰਵੇਸ਼ੀ ਤੇ ਬਾਦਸ਼ਾਹੀ ਦੋਹਾਂ ਕਰਕੇ ਪ੍ਰਸਿੱਧ ਹਨ। ਹਮ ਅਸ਼ ਬੁਕਰੋ ਹਮ ਸਲਤਨਤ ਨਾਮਵਰਾ। ਉਹਨਾਂ ਦੇ ਨੂਰ ਨਾਲ ਦੋਵੇਂ ਜਹਾਨ ਰੋਸ਼ਨ ਹਨ। ਉਹਨਾਂ ਦੇ ਦਰਸ਼ਨਾਂ ਦੀ ਮਿਹਰ ਦੇ ਸਾਰੇ ਪਿਆਸੇ ਹਨ। ਇੰਦੂ ਭੂਸ਼ਣ ਬੈਨਰਜੀ ਨੇ ਠੀਕ ਹੀ ਲਿਖਿਆ ਹੈ ਕਿ ਓਪਰੀ ਨਜ਼ਰ ਨਾਲ ਦੇਖਿਆ ਗੁਰੂ ਹਰਗੋਬਿੰਦ ਜੀ ਦੇ ਕਰਤੱਵ ਤੇ ਕਾਰਨਾਮੇ ਕੁਝ ਵੱਖ ਤੇ ਕਈ ਵਾਰੀ ਵਿਚਿੱਤਰ ਪ੍ਰਤੀਤ ਹੋਣਗੇ, ਪਰ ਉਸ ਸਮੇਂ ਦੀਆਂ ਪ੍ਰਸਥਿਤੀਆਂ ਨੂੰ ਜੇ ਧਿਆਨ ਵਿੱਚ ਰੱਖਿਆ ਜਾਏ ਤੇ ਉਹਨਾਂ ਸਭ ਹਾਲਾਤ ਨੂੰ ਗੌਰ ਨਾਲ ਵਾਚਿਆ ਜਾਏ ਤਾਂ ਇਹ ਪ੍ਰਗਟ ਹੋਵੇਗਾ ਕਿ ਗੁਰੂ ਜੀ ਨੇ ਜਿਸ ਸਿਆਣਪ ਤੇ ਚਤੁਰਾਈ ਨਾਲ ਗੈਰ ਮਾਮੂਲੀ ਹਾਲਾਤ ਵਿੱਚ ਸ਼ਾਨਦਾਰ ਕੰਮ ਕੀਤਾ, ਉਹ ਬਗੈਰ ਸ਼ਲਾਘਾ ਦੇ ਨਹੀਂ। ਗੁਰੂ ਅਰਜਨ ਜੀ ਦੀ ਸ਼ਹੀਦੀ ਹੋਈ ਹੋਵੇ ਤੇ 11 ਸਾਲ ਦੇ ਬਾਲਕ
ਗੁਰੂ ਦੇ ਪੈਰ ਨਾ ਥੜਕਣ, ਸਗੋਂ ਇਸ ਦੇ ਉਲਟ ਸਿੱਖ ਜਥੇਬੰਦੀ ਅਹਿਲ ਬਣਾ ਦਿੱਤੀ ਜਾਏ, ਇਹ ਅਨੋਖਾ ਕਰਮ ਹੈ ਤੇ ਨਿਰਾਲੀ ਦੇਣ। ਮੁਹਸਨ ਫਾਨੀ ਦੇ ਸ਼ਬਦਾਂ ਵਿੱਚੋਂ ਗੁਰੂ ਹਰਗੋਬਿੰਦ ਦੇ ਅਨੇਕਾਂ ਸਿੱਖ ਹੋ ਗਏ। ਜਾਤੀ ਦਾ ਭੇਦ ਅਜਿਹਾ ਹਟ ਗਿਆ ਕਿ ਬ੍ਰਾਹਮਣ ਜਾਤੀ ਦੇ ਹਿੰਦੂ ਖੱਤਰੀ ਸਿੱਖਾਂ ਦੇ ਚੇਲੇ ਆ ਬਣੇ। ਇੱਕ ਕੌਮੀ ਉਸਰੀਏ ਦੀ ਹੈਸੀਅਤ ਵਿੱਚ ਗੁਰੂ ਅਰਜਨ ਜੀ ਦੇ ਸ਼ਹੀਦ ਹੋ ਜਾਣ ਨਾਲ ਨਿਰਾਸਤਾ ਦਾ ਫੈਲ ਜਾਣਾ ਕੁਦਰਤੀ ਸੀ। ਕਈ ਸਿਦਕੀ ਸਿੱਖ ਵੀ ਪਿੱਛੇ ਹਟ ਗਏ ਸਨ। ਉੱਧਰ ਜਹਾਂਗੀਰ ਲਾਹੌਰ ਤੇ ਫਿਰ ਪੰਜਾਬ ਵਿੱਚ ਬੈਠਾ ਹੋਇਆ ਸੀ ਤੇ ਨਿੱਤ ਨਵੇਂ ਅਤਿਆਚਾਰ ਕਰ ਰਿਹਾ ਸੀ। ਅਤਿਆਚਾਰਾਂ ਦਾ ਤਮਾਸ਼ਾ ਲਾਹੌਰ ਵਿੱਚ ਰੋਜ਼ ਹੁੰਦਾ ਸੀ। ਹਾਥੀਆਂ ਅੱਗੇ ਸੁੱਟ ਜਾਣ ਅਤੇ ਖੱਲਾਂ ਵਿੱਚ ਮੜ ਕੇ ਮਾਰ ਦੇਣਾ ਸੁਭਾਵਿਕ ਕਰਮ ਸਨ। ਜਹਾਂਗੀਰ ਦੇ ਲਾਹੌਰ ਵਿੱਚ ਹੀ ਹੋਣ ਕਾਰਨ ਜਨਤਾ ਭੈ-ਭੀਤ ਹੋਈ ਫਿਰਦੀ ਸੀ। ਗੁਰੂ ਹਰਗੋਬਿੰਦ ਜੀ ਦੀ ਉਮਰ ਉਸ ਸਮੇਂ ਕੇਵਲ 11 ਸਾਲਾਂ ਦੀ ਸੀ, ਪਰ ਗੁਰੂ ਜੀ ਨੇ ਨਾ ਸਿਰਫ ਕੌਮ ਨੂੰ ਵਿਗੜੇ ਸਮਿਆਂ ਵਿੱਚੋਂ ਕੱਢਿਆ, ਸਗੋਂ ਇੱਕ ਮਜ਼ਬੂਤ ਕੌਮ ਬਣਾ ਠੀਕ ਸੇਧ ਦਿੱਤੀ। ਸਭ ਤੋਂ ਪਹਿਲਾਂ ਆਪਨੇ ਤਲਵਾਰਾਂ ਪਹਿਨ ਕੇ ਲੋਕਾਂ ਦੇ ਡਿੱਗਦੇ ਸਾਹਸ ਨੂੰ ਢਾਰਸ ਦਿੱਤੀ। ਆਰਚਰ ਨੇ ਠੀਕ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਸਮਝ ਲਿਆ ਸੀ ਕਿ ਉਹਨਾਂ ਦੇ ਸਿੱਖ ਸੇਵਕਾਂ ਦੇ ਬਗੈਰ ਸ਼ਸਤਰ ਧਾਰਨ ਕਰਨ ਤੋਂ ਬਚਣਾ ਕਠਿਨ ਹੈ। ਇਹ ਕਰਮ ਦੇਖਣ ਨੂੰ ਛੋਟਾ ਪਰ ਅਨੁਭਵ ਕਰਨ ਨੂੰ ਬਹੁਤ ਵੱਡਾ ਸੀ। ਇੱਕ ਪਾਸੇ ਤਾਂ ਜਹਾਂਗੀਰ ਆਪਣੇ ਪੁੱਤਰਾਂ ਨੂੰ ਹਥਿਆਰ ਚੁੱਕਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਰਿਹਾ ਹੋਵੇ ਤੇ ਉਸ ਦਾ ਸਾਥ ਦੇਣ ਵਾਲਿਆਂ ਨੂੰ ਕਰੜੀਆਂ ਸਜ਼ਾਵਾਂ ਦੇ ਰਿਹਾ ਹੋਵੇ, ਤੇ ਦੂਜੇ ਪਾਸੇ ਲਾਹੌਰ ਦੇ ਕੁਝ ਮੀਲ ਹੀ ਦੂਰ ਗੁਰੂ ਹਰਗੋਬਿੰਦ ਜੀ ਤਲਵਾਰ ਪਹਿਨ ਕੇ ਹਥਿਆਰ ਚੁੱਕਣ ਦੀ ਗੱਲ ਉਹਨਾਂ ਲੋਕਾਂ ਨੂੰ ਆਖ ਰਹੇ ਹੋਣ ਜਿਨ੍ਹਾਂ ਕਦੇ ਤਲਵਾਰ ਦੇਖੀ ਵੀ ਨਾ ਹੋਵੇ, ਕਰਾਮਾਤ ਤੋਂ ਘੱਟ ਨਹੀਂ ਸੀ। ਚੰਗਾ ਸ਼ਸਤਰ ਤੇ ਚੰਗੀ ਜਵਾਨੀ ਭੇਟ ਮੰਗ ਕੇ ਗੁਰੂ ਨੇ ਕੌਮ ਵਿੱਚ ਇੱਕ ਉਤਸ਼ਾਹ ਦੀ ਲਹਿਰ ਦੌੜਾ ਦਿੱਤੀ। ਜੋ ਲੋਕਾਂ ਨੇ ਤਖਤ ਦਾ ਰੁਹਬ ਦੱਸਿਆ ਤਾਂ ਆਪ ਨੇ ਅਕਾਲ ਤਖਤ ਰਚ ਦਿੱਤਾ। ਜੇ ਕਿਸੇ ਅੰਮ੍ਰਿਤਸਰ ਨੂੰ ਕਮਜ਼ੋਰ ਦੱਸਿਆ ਤਾਂ ਕਿਲੇ ਦੀ ਉਸਾਰੀ ਤੇ ਦੀਵਾਰ ਦੀ ਬੰਦਿਸ਼ ਬੰਨ੍ਹ ਦਿੱਤੀ। ਆਗੂ ਦਾ ਕੰਮ ਹੀ ਹੈ ਕਿ ਕੌਮ ਵਿੱਚ ਉਤਸ਼ਾਹ ਮਰਨ ਨਾ ਦੇਵੇ ਤੇ ਸ਼ੰਕਿਆਂ ਤਰਕਾਂ ਨੂੰ ਦੂਰ ਨਸਾਏ। ਗੁਰੂ ਜੀ ਦੀ ਹੋਂਦ ਤੇ ਚੜ੍ਹਦੀ ਕਲਾ ਨੇ ਢੱਠੇ ਮਨਾਂ ਨੂੰ ਥੰਮੀਆਂ ਦਿੱਤੀਆਂ ਤੇ ਉਹ ਹੀ ਯੋਧੇ ਹੋ ਗਏ। ਭਾਈ ਗੁਰਦਾਸ ਜੀ ਦਾ ਕਹਿਣਾ ਹੈ ਕਿ ਇਸ ਪਾਸੇ ਪੂਰਨ ਕਾਮਯਾਬੀ ਹੋਈ। ਜਿੱਥੇ ਹਕੂਮਤ ਵੱਲੋਂ ਪਾਏ ਗਏ ਸਹਿਮਾਂ ਤੇ ਡਰਾਂ ਤੋਂ ਆਜ਼ਾਦ ਕੀਤਾ, ਉੱਥੇ ਕੌਮ ਨੂੰ ਵੱਖ ਤਕੜੀ ਮਰਿਆਦਾ ਦੇ ਵਹਿਮਾਂ ਤੇ ਭਰਮਾਂ ਵਿੱਚੋਂ ਕੱਢਿਆ। ਇਹ ਵੀ ਡਰ ਸੀ ਕਿ ਡਰੀ ਹੋਈ ਕੌਮ ਕਿਧਰੇ ਪੁਰਾਣੀਆਂ ਰਸਮਾਂ ਦਾ ਹੀ ਸਹਾਰਾ ਫਿਰ ਨਾ ਲੈ ਲਵੇ। ਆਪ ਜੀ ਨੇ ਸਿੱਖਾਂ ਵਿੱਚ ਐਸੇ ਉਪਦੇਸ਼ ਭਰੇ ਜਿਸ ਨਾਲ ਸਿੱਖ ਅਗਾਂਹ ਹੀ ਵੱਧਦੇ ਗਏ। ਖਾਣ ਪੀਣ ਦੀ ਖੁੱਲ੍ਹ, ਬੁੱਤ ਪ੍ਰਸਤੀ ਤੋਂ ਵਰਜਣਾ, ਮੁਸਲਮਾਨਾਂ ਨੂੰ ਧਰਮ ਵਿੱਚ ਦਾਖਲ ਕਰੀ ਜਾਣਾ, ਸ਼ਾਸਤਰ ਤੇ ਬ੍ਰਾਹਮਣ ਮੱਤ ਤੋਂ ਉਤਾਹ ਕਰ ਦੇਣਾ ਤੇ ਇਤਨਾ ਵਿਸ਼ਵਾਸ ਭਰ ਦੇਣਾ ਕਿ ਨਿਮਾਣੇ ਤੋਂ ਨਿਮਾਣਾ ਸਿੱਖ ਗੂੜ ਪੰਡਤ ਨੂੰ ਵੀ ਜਿੱਚ ਕਰ ਸਕੇ, ਗੁਰੂ ਆਗੂ ਦੀ ਕਰਾਮਾਤ ਹੀ ਸੀ। ਇਹ ਹੀ ਕਾਰਨ ਹੈ ਕਿ ਭਰੀ ਸੰਗਤ ਵਿੱਚ ਭਾਈ ਸੁੰਦਰ ਨਾਮ ਦੇ ਸਿੱਖ ਨੇ ਸਵਾਮੀ ਨਿਤਾਨੰਦ ਨੂੰ ਆਖਿਆ, ਜੋ ਪੈਂਡਾ ਆਤਮਾ ਮਰਨ ਪਿੱਛੋਂ 360 ਦਿਨਾਂ ਵਿੱਚ ਕਰਦੀ ਹੈ, ਉਹ ਸਿੱਖ ਖਿਣ ਪਲ ਵਿੱਚ ਕਰ ਜਾਂਦਾ ਹੈ ਤੇ ਗੁਰਸਿੱਖ ਨੂੰ ਤਾਂ ਕਰਨਾ ਹੀ ਨਹੀਂ ਪੈਂਦਾ। ਇਹ ਬ੍ਰਾਹਮਣਵਾਦ ਉੱਤੇ ਕਰਾਰੀ ਚੋਟ ਸੀ। ਆਪਣੇ ਆਪ ਨੂੰ ਨੀਵਾਂ ਜਾਣ ਸਮਾਜ ਤੋਂ ਦੂਰ ਦੂਰ ਰਹਿਣ ਵਾਲਿਆਂ ਨੂੰ ਪ੍ਰਚਾਰਕ ਦੇ ਕੰਮ ਸੌਂਪੇ ਤੇ ਜੇ ਉਹਨਾਂ ਆਖਿਆ ਵੀ ਸੀ ਕਿ ਅਸੀਂ ਨੀਵੇਂ ਹਾਂ ਤਾਂ ਬਖਸ਼ਿਸ਼ ਕਰਕੇ ਕਿਹਾ ਕਿ ਐਸਾ ਹੁਣ ਕੋਈ ਨਹੀਂ ਰਿਹਾ। ਜਾਤ ਕਰਕੇ ਕੋਈ ਨੀਵਾਂ ਨਹੀਂ, ਕਰਮ ਕਰਕੇ ਬੇਸ਼ੱਕ ਹੋਵੇ। ਟਰੰਪ ਦਾ ਇਹ ਲਿਖਣਾ ਲਾਂਭੇ ਦੀ ਗੱਲ ਹੈ ਕਿ ਹਕੂਮਤ ਇਤਨੀ ਕਮਜ਼ੋਰ ਤੇ ਨਿਰਬਲ ਸੀ ਕਿ ਉਹ ਸਿੱਖਾਂ ਦੀ ਵੱਧਦੀ ਤਾਕਤ ਨੂੰ ਰੋਕ ਨਾ ਸਕੀ। ਗੱਲ ਸਗੋਂ ਉਲਟ ਹੈ। ਜੇ ਉਸ ਸਮੇਂ ਕੋਈ ਹਕੂਮਤ ਠੀਕ ਤੇ ਪੱਧਰੀ ਚੱਲ ਰਹੀ ਸੀ ਤਾਂ ਪੰਜਾਬ ਦੀ ਸੀ। ਜਹਾਂਗੀਰ ਪੰਜਾਬ ਵਿੱਚ ਹੀ ਸੀ ਤੇ ਉਸਨੇ ਪੰਜਾਬ ਨੂੰ ਜਾਗੀਰ ਕਰਕੇ ਮੁਰਤਜ਼ਾ ਖਾਂ ਵਰਗੇ ਸਖਤ ਫੌਜਦਾਰ ਨੂੰ ਸੌਂਪ ਦਿੱਤੀ ਸੀ। ਉਸ ਦੀ ਮੌਤ ਤੋਂ ਬਾਅਦ ਵੀ ਕਦੇ ਕੋਈ ਗਵਰਨਰ ਉਸਨੇ ਕਮਜ਼ੋਰ ਨਹੀਂ ਥਾਪਿਆ, ਜਰਾ ਵੀ ਢਿੱਲ ਦੇਖੀ ਨਹੀਂ ਕਿ ਬਦਲਿਆ ਨਹੀਂ। ਵਜ਼ੀਰ ਖਾਂ ਵਰਗੇ ਸਿਆਣੇ ਗਵਰਨਰ ਨੂੰ ਇਸ ਲਈ ਬਦਲਾ ਦਿੱਤਾ ਗਿਆ ਕਿ ਉਹ ਕੁਝ ਰਵਾਦਾਰ ਸੀ। ਗੱਲ ਅਸਲ ਇਹ ਹੈ, ਗੁਰੂ ਹਰਗੋਬਿੰਦ ਜੀ ਇਤਨੇ ਸੁਗੜ ਤੇ ਸੁਚੱਜੇ ਸਨ ਕਿ ਉਹਨਾਂ ਹਰ ਸਥਿਤੀ ਨੂੰ ਸਮਝਿਆ ਤੇ ਉਸ ਮੁਤਾਬਕ ਕਦਮ ਚੁੱਕਿਆ। ਜਿਸ ਵੇਲੇ ਚੁੱਪ ਕਰਨ ਦੀ ਲੋੜ ਸੀ ਚੁੱਪ ਕੀਤਾ ਤੇ ਜਿਸ ਸਮੇਂ ਕਰੜੀ ਸੱਟ ਮਾਰਨ ਦੀ ਲੋੜ ਸੀ ਲੋਹਾ ਲਿਆ। ਪੇਨ ਦਾ ਕਹਿਣਾ ਠੀਕ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਜੀਵਨ ਫਿਲਾਸਫੀ ਹੀ ਐਸੀ ਬਣਾ ਦਿੱਤੀ ਕਿ ਦਿੱਤਿਆਂ ਹੀ ਸੁੱਖ ਹੈ ਤੇ ਮਰਨ ਦਾ ਚਾਉ ਕੌਮ ਦੇ ਹਰ ਜੀਵ ਵਿੱਚ ਐਸਾ ਭਰਿਆ ਕਿ ਕੌਮ ਹਰ ਖਤਰੇ ਨੂੰ ਮੁੱਲ ਲੈਣ ਲਈ ਤਤਪਰ ਹੋ ਗਈ। ਨਿੱਤ ਦੇ ਪ੍ਰੋਗਰਾਮ ਹੀ ਐਸੇ ਬਣਾਏ ਜਿਸ ਕਾਰਨ ਉਤਸ਼ਾਹ ਬਣਿਆ ਰਹੇ। ਹਰ ਰੋਜ਼ ਢਾਡੀਆਂ ਨੂੰ ਜੰਗੀ ਵਾਰਾਂ ਸੁਣਾਉਣ ਲਈ ਕਿਹਾ। ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਵਾਰਾਂ ਦੀਆਂ ਧੁਨੀਆਂ ਵੀ ਯੋਧਿਆਂ ਦੀਆਂ ਵਾਰਾਂ ਦੀਆਂ ਧੁਨੀਆਂ ਉੱਤੇ ਕੱਢੀਆਂ।
ਕਿਰਪਾਨ ਪਹਿਨਣ ਅਤੇ ਕਿਰਪਾਨ ਚਲਾਉਣ ਨੂੰ ਧਰਮ ਬਣਾ ਕੇ ਪੇਸ਼ ਕਰ ਦਿੱਤਾ। ਦੁਆਬੇ, ਮਾਝੇ, ਮਾਲਵੇ ਵਿੱਚੋਂ ਅਣਸਵਾਰੀਆਂ ਉਗੜ ਦੁਗੜ ਸ਼ਕਤੀਆਂ ਨੂੰ ਸਵਾਰ ਕੇ ਇੱਕੋ ਲੜੀ ਵਿੱਚ ਪਰੋਣਾ ਉਹਨਾਂ ਦੇ ਹੀ ਹਿੱਸੇ ਆਇਆ ਸੀ। ਮੈਕਾਲਫ ਕਹਿੰਦਾ ਹੈ ਕਿ ਜੀਵਨ ਨਜ਼ਰੀਆ ਬਦਲਾਉਣ ਨਾਲ ਤੇ ਉਤਸ਼ਾਹ ਭਰਨ ਦਾ ਸਦਕਾ ਇੱਕ ਉਤਸ਼ਾਹੀ, ਸਿਦਕੀ ਤੇ ਮਰਨ ਵਾਲਿਆਂ ਦੀ ਜਮਾਤ ਇਕੱਠੀ ਹੋ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕੀ ਗੁਰੂ ਦਰਬਾਰ ਵਿੱਚ ਆਉਣ ਲੱਗ ਪਏ ਤੇ ਹਾਜ਼ਰ ਹੋ ਆਪਣੀਆਂ ਜਵਾਨੀਆਂ ਭੇਟ ਕਰਨ ਲੱਗੇ। ਉਹਨਾਂ ਦੀ ਮੰਗ ਸਿਰਫ ਇਹ ਹੁੰਦੀ ਸੀ ਕਿ 6 ਮਹੀਨੇ ਬਾਅਦ ਇੱਕ ਕੁਰਤਾ ਤੇ 2 ਵਕਤ ਦਾ ਪ੍ਰਸ਼ਾਦਾ। ਕੌਮ ਦਾ ਹਰ ਅੰਗ ਜਾਗ ਪਿਆ। ਜਨਤਾ ਵਿੱਚ ਵਿਸ਼ਵਾਸ ਭਰਿਆ ਕਿ ਥੋੜੇ ਹੋਣ ਕਾਰਨ ਘਬਰਾਉਣਾ ਨਹੀਂ ਚਾਹੀਦਾ। ਲੱਕੜ ਦੀ ਇੱਕ ਨਿਮਾਣੀ ਤਿੱਲੀ ਸਾਰੇ ਜੰਗਲ ਨੂੰ ਅੱਗ ਲਗਾ ਸਕਦੀ ਹੈ, ਇਨਸਾਨ ਤਾਂ ਸਭ ਕੁਝ ਕਰ ਸਕਦਾ ਹੈ। ਸ਼ਾਹਜਹਾਨ ਨੇ ਜਦ ਫੁਰਮਾਨ ਜਾਰੀ ਕਰ ਦਿੱਤਾ ਕਿ ਸਿਵਾਏ ਇਸਲਾਮ ਦੇ ਪ੍ਰਚਾਰ ਦੇ ਕੋਈ ਹੋਰ ਪ੍ਰਚਾਰ ਨਹੀਂ ਕਰ ਸਕਦਾ, ਤਾਂ ਉਸ ਸਮੇਂ ਆਪ ਨੇ ਹਰ ਪ੍ਰਚਾਰਕ ਦੇ ਨਾਲ 100 ਸਵਾਰ ਭੇਜੇ। ਇਕੱਲੇ ਪ੍ਰਚਾਰਕ ਨੇ ਵੀ ਜਾਨ ਹੂਲ ਕੇ ਸਿੱਖੀ ਫੈਲਾਈ। ਰਾਤਾਂ ਝਾਕ ਕੇ ਪ੍ਰਚਾਰ ਜਥਿਆਂ ਨੇ ਸਿੱਖੀ ਦਾ ਸੰਦੇਸ਼ ਦਿੱਤਾ। ਗ੍ਰੀਨਲਸੀ ਦਾ ਕਹਿਣਾ ਹੈ ਕਿ ਜੋ ਲੋਕੀ ਚਿਰਾਂ ਤੋਂ ਜ਼ਾਲਮਾਂ, ਖੂਨੀ ਦਰਿੰਦਿਆਂ ਤੇ ਭ੍ਰਿਸ਼ਟਾਚਾਰ ਹੱਥੀਂ ਲਿਤਾੜੇ ਜਾ ਰਹੇ ਸਨ, ਮੁਕਤ ਹੋਏ ਤੇ ਉਹ ਹੀ ਪਹਿਲਾਂ ਲਿਤਾੜੇ ਹੋਏ ਧਰਮ ਹੇਤ ਕੁਰਬਾਨੀਆਂ ਕਰਨ ਲਈ ਉਤਾਵਲੇ ਹੋ ਨਿਤਰੇ। ਗੁਰੂ ਅਰਜਨ ਦੇਵ ਜੀ ਸ਼ਹਾਦਤ ਦੇ ਕੇ ਪੂਰਨੇ ਪਾ ਗਏ ਸਨ। ਗੁਰੂ ਹਰਗੋਬਿੰਦ ਜੀ ਨੇ ਪੂਰਨਿਆਂ ਤੇ ਟੁਰ ਕੇ ਸੁੰਦਰ ਅਗਵਾਈ ਕੀਤੀ। ਗੁਰੂ ਆਗੂ ਦਾ ਸਿੱਖ ਕਿਤਨਾ ਸਤਿਕਾਰ ਤੇ ਸਨਮਾਨ ਕਰਦੇ ਸਨ, ਇਸ ਦੀਆਂ ਕਈ ਸੁੰਦਰ ਝਾਕੀਆਂ ਉਹਨਾਂ ਦੇ ਜੀਵਨ ਵਿੱਚ ਘਟੀਆਂ। ਮੁਹਸਨ ਫਾਨੀ ਨੇ ਉਹਨਾਂ ਦੀ ਗਵਾਹੀ ਭਰੀ ਹੈ। ਭਾਈ ਸਾਧ ਦਾ ਜਵਾਨ ਪੁੱਤਰ ਬਿਮਾਰ ਹੋਣ ਤੇ ਫਿਰ ਮਰ ਜਾਣ ਤੇ ਵੀ ਗੁਰੂ ਹੁਕਮ ਵੱਲ ਮੂੰਹ ਕਰੀ ਜਾਣਾ, ਇੱਕ ਸਿੱਖ ਦਾ ਗੁਰੂ ਪਿਆਰ ਤੋਂ ਘਰ ਬਰਬਾਦ ਕਰਨ ਤੱਕ ਤੁਲ ਜਾਂਦਾ। ਭਾਈ ਜਵੰਦਾ ਜੀ ਦਾ 3 ਦਿਨ 3 ਰਾਤਾਂ ਇੱਕ ਹੀ ਥਾਂ ਖੜੇ ਰਹਿਣਾ। ਭਾਈ ਚੂਹੜ ਦਾ ਸਾਰਾ ਦਿਨ ਰਾਤ ਪੱਥਰ ਢੋਈ ਜਾਣਾ। ਭਾਈ ਝੰਡਾ ਜੀ ਦਾ 3 ਮਹੀਨੇ ਬਗੈਰ ਜੁੱਤੀ ਪਾਈ ਫਿਰੀ ਜਾਣਾ। ਭਾਈ ਬਿਧੀ ਚੰਦ ਦਾ ਹਰ ਹੁਕਮ ਮੰਨਣ ਲਈ ਤਤਪਰ ਰਹਿਣਾ। ਭਾਈ ਜੱਲੇ ਦਾ ਕਮਜ਼ੋਰ ਸਰੀਰ ਹੋਣ ਤੇ ਵੀ ਸਿਰਕੀਆਂ ਨਾਲ ਪਿੰਡਾ ਲਹੂ ਲੁਹਾਨ ਕਰ ਲੈਣਾ। ਤੇ ਅਖੀਰ ਜਦ ਅੰਗੀਠੇ ਉੱਤੇ ਅੱਗ ਦੇ ਸ਼ੋਲੇ ਭੜਕੇ ਤਾਂ ਰਾਜਾ ਰਾਮ ਪ੍ਰਤਾਪ ਸਿੰਘ ਦਾ ਜਲ ਮਰਨਾ ਤੇ ਕਈਆਂ ਦਾ ਜਲ ਮਰਨ ਨੂੰ ਤਿਆਰ ਹੋ ਜਾਣਾ ਆਗੂ ਦਾ ਸਤਿਕਾਰ ਹੀ ਦੜਾਉਂਦੇ ਹਨ। ਫਿਰ ਸਭ ਤੋਂ ਵੱਡੀ ਅਗਵਾਈ ਗੁਰਗੱਦੀ ਠੀਕ ਹੱਥਾਂ ਵਿੱਚ ਦੇ ਕੇ ਕੀਤੀ। ਬਾਬਾ ਸੂਰਜਮਲ ਜਾਂ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਜੀ ਦੀ ਪਰਵਾਹ ਨਾ ਕਰਦੇ ਹੋਏ ਗੁਰਗੱਦੀ ਗੁਰੂ ਹਰ ਰਾਏ ਜੀ ਨੂੰ ਦੇਣੀ ਇੱਕ ਸੁੰਦਰ ਅਗਵਾਈ ਸੀ। ਧੀਰਮਲ ਜੀ ਨੇ ਬੜੇ ਹੱਥ ਪੈਰ ਮਾਰੇ, ਪਰ ਆਗੂ ਗੁਰੂ ਨੇ ਉਸ ਵੱਲ ਉੱਕਾ ਧਿਆਨ ਨਾ ਦਿੱਤਾ। ਗੁਰੂ ਹਰਗੋਬਿੰਦ ਜੀ ਜਾਣਦੇ ਸਨ ਕਿ ਹੁਣ ਐਸੇ ਗੁਰੂ ਦੀ ਲੋੜ ਹੈ ਜੋ ਔਕੜਾਂ ਵਿੱਚ ਅਡੋਲ ਰਹੇ ਤੇ ਜਥੇਬੰਦੀ ਨੂੰ ਢਿੱਲਾ ਨਾ ਹੋਵਣ ਦੇਵੇ, ਜਿਸ ਦਾ ਸਬਰ ਅਥਾਹ ਹੋਵੇ, ਜੋ ਸਵਾਰ ਰੱਖੇ ਵੀ ਵਰਤੋਂ ਨਾ ਕਰੇ, ਜੋ ਸਿੱਖੀ ਵਾੜੀ ਦੀ ਰੱਖਿਆ ਕਰੇ। ਗੁਰੂ ਹਰ ਰਾਏ ਜੀ ਦਾ ਐਸਾ ਸੁਭਾਅ ਪੱਕ ਚੁੱਕਾ ਸੀ ਤੇ ਗੁਰੂ ਹਰਗੋਬਿੰਦ ਜੀ ਐਸਾ ਹੀ ਬਣਾ ਕੇ ਗਏ ਸਨ। ਧਾਰਮਿਕ ਆਗੂ ਗੁਰੂ ਹਰਗੋਬਿੰਦ ਜੀ ਉਸੇ ਮਾਲਾ ਦੇ ਮਣਕੇ ਸਨ ਜਿਸ ਨੂੰ ਤਿਆਰ ਗੁਰੂ ਨਾਨਕ ਜੀ ਨੇ ਕੀਤਾ ਸੀ। ਤਲਵਾਰ ਵੀ ਧਰਮ ਦੀ ਰਾਖੀ ਲਈ ਸੀ, ਨਾ ਕਿ ਕਿਸੇ ਜਾਤੀ ਗਰਜ਼ ਜਾਂ ਖਿੱਚ ਲਈ। ਜੋਤ ਉਹਾ ਸੀ, ਜੁਗਤ ਵੀ ਸਾਏ ਸੀ, ਸਿਰਫ ਸਰੀਰ ਬਦਲੇ ਸਨ। ਰੂਹਾਨੀਅਤ ਦੇ ਉਹ ਭੰਡਾਰ ਸਨ। ਜਦ ਕਿਸੇ ਨੂੰ ਵੀ ਗੁਰੂ ਹਰਗੋਬਿੰਦ ਜੀ ਕੋਈ ਉਪਦੇਸ਼ ਦਿੰਦੇ, ਗੁਰਬਾਣੀ ਪੜ੍ਹ ਕੇ ਸੁਣਾਉਂਦੇ। ਜੇ ਕੋਈ ਵੀ ਕੋਲ ਆਇਆ ਤੇ ਉਸਨੇ ਫਿਰ ਦਰਸ਼ਨਾਂ ਦੀ ਤਾਂਘ ਲਈ ਆਖਿਆ ਤਾਂ ਆਪ ਜੀ ਨੇ ਸ਼ਬਦ ਪੜ੍ਹਨ ਤੇ 5 ਗ੍ਰੰਥੀ ਦਾ ਹੀ ਪਾਠ ਕਰਨ ਲਈ ਫਰਮਾਇਆ। ਮੁਹਸਨ ਫਾਨੀ ਲਿਖਦਾ ਹੈ ਕਿ ਸਿੱਖਾਂ ਨੇ ਇੱਕ ਵਾਰੀ ਗੁਰੂ ਜੀ ਤੋਂ ਪੁੱਛਿਆ ਕਿ ਜਦ ਉਹ ਪਾਸ ਨਹੀਂ ਹੁੰਦੇ ਤਾਂ ਉਹ ਗੁਰੂ ਕਿਸ ਨੂੰ ਕਹਿਣ। ਗੁਰੂ ਜੀ ਨੇ ਫਰਮਾਇਆ, ਜਿਹੜਾ ਕੋਈ ਸਿੱਖ ਗੁਰੂ ਦਾ ਨਾਂ ਲੈਂਦਾ ਤੁਹਾਡੇ ਕੋਲ ਆਵੇ ਉਸ ਨੂੰ ਜਾਣੋ। ਸਿੱਖਾਂ ਵਿੱਚ ਇਹ ਰਿਵਾਜ ਚੱਲ ਪਿਆ ਸੀ ਕਿ ਜਿਸ ਵੇਲੇ ਕਿਸੇ ਸਿੱਖ ਨੂੰ ਦਾਤ ਦੀ ਲੋੜ ਜਾਂ ਭੀੜ ਪੈਂਦੀ, ਉਹ ਸਾਰੀ ਸੰਗਤ ਨੂੰ ਬੇਨਤੀ ਕਰਦਾ ਸੀ। ਫਿਰ ਸਾਰੀ ਸੰਗਤ ਇਕੱਠੀ ਹੋ ਕੇ ਉਸ ਬਾਂਛਤ ਮਿਹਰ ਲਈ ਅਰਦਾਸ ਕਰਦੀ ਸੀ। ਗੁਰੂ ਜੀ ਆਪ ਵੀ ਇਸੇ ਮਰਿਆਦਾ ਤੇ ਚੱਲਦੇ ਰਹੇ। ਡਰੋਲੀ ਦੀ ਸੰਗਤ ਨੇ ਸਦਾ ਦਰਸ਼ਨ ਕਰਦੇ ਰਹਿਣ ਦੀ ਜਦ ਜੋਦੜੀ ਕੀਤੀ ਤਾਂ ਆਪ ਜੀ ਨੇ ਪੋਥੀ ਤੇ ਕਟਾਰ ਹੀ ਬਖਸ਼ੀ। ਪ੍ਰਚਾਰ ਦੇ ਕੰਮ ਨੂੰ ਕਿਸੇ ਸਮੇਂ ਵੀ ਢਿੱਲਾ ਨਾ ਪੈਣ ਦਿੱਤਾ। ਜਦ ਪਹਿਲੀ ਜੰਗ ਬਾਅਦ ਡਿੱਠਾ ਕਿ ਇਹ ਜੰਗਾਂ ਦਾ ਆਰੰਭ ਹੈ ਤਾਂ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਪ੍ਰਚਾਰ ਦੇ ਕੰਮਾਂ ਵਿੱਚ ਹੀ ਲਗਾ ਦਿੱਤਾ। ਇਹ ਵੀ ਜਾਣ ਲਿਆ ਕਿ ਜੰਗਾਂ ਵਿੱਚ ਰੁੱਝੇ ਹੋਣ ਕਾਰਨ ਨਿਰੋਲ, ਨਿਰਪੱਖ, ਉਤਸ਼ਾਹੀ ਤੇ ਸਿੱਧਕੀ ਪ੍ਰਚਾਰਕਾਂ ਦੇ ਜਥੇ ਦੀ ਲੋੜ ਹੈ। ਸੋ ਜਥੇ ਕਾਇਮ ਕੀਤੇ ਜਿਨ੍ਹਾਂ ਪ੍ਰਚਾਰ ਨੂੰ ਘਰ ਘਰ ਪਹੁੰਚਾਇਆ। ਬਾਬਾ ਸ਼੍ਰੀ ਚੰਦ ਜੀ ਨੂੰ ਜਾ ਕੇ ਮਿਲੇ ਤੇ ਉਹਨਾਂ ਆਪਣੀ ਸਾਰੀ ਸੰਸਥਾ ਨੂੰ ਸਿੱਖੀ ਪ੍ਰਚਾਰ ਉੱਤੇ ਲਗਾ ਦਿੱਤਾ। ਇਹ ਇੱਕ ਐਸੀ ਦੇਣ ਹੈ ਜਿਸ ਦਾ ਪ੍ਰਭਾਵ ਸਦੀਆਂ ਤੱਕ ਰਿਹਾ।
ਕੀਰਤਪੁਰ ਪੁੱਜ ਕੇ ਦੇਸ਼ ਦੇਸ਼ਾਂਤਰਾਂ ਵਿੱਚ ਪ੍ਰਚਾਰਕ ਭੇਜਣ ਲਈ 4 ਧੁਨੀਆਂ ਨਿਯਤ ਕੀਤੀਆਂ। ਬਾਬਾ ਗੁਰਦਿੱਤਾ ਜੀ ਨੂੰ ਨਿਰੋਲ ਜਥੇਬੰਦੀ ਦੇ ਕੰਮਾਂ ਵਿੱਚ ਲਗਾ ਦਿੱਤਾ। ਬਾਲੂ ਹਸਨਾ, ਬਾਬਾ ਗੋਂਦਾ ਤੇ ਅਲਮਸਤ ਜੀ ਨੇ ਜਿਸ ਜੁਰਤ ਨਾਲ ਪ੍ਰਚਾਰ ਕੀਤਾ, ਉਹ ਆਉਣ ਵਾਲੇ ਸਮੇਂ ਲਈ ਪਥ ਪ੍ਰਦਰਸ਼ਕ ਸਾਬਤ ਹੋਇਆ। ਮਾਝੇ ਵਿੱਚ ਕੇਂਦਰ ਬਣਾ ਕੇ ਖਵਾਜਾ ਰੋਸ਼ਨ ਤੇ ਸੈਯਦ ਜਾਨੀ ਨੂੰ ਨਿਯਤ ਕੀਤਾ। ਮਾਲਵੇ ਵਿੱਚ ਭਾਈ ਸਾਧੂ ਤੇ ਭਾਈ ਰੂਪਾ ਨੂੰ ਪ੍ਰਚਾਰਕ ਥਾਪ ਕੇ ਸਿੱਖੀ ਨੂੰ ਉਜਾਗਰ ਰੱਖਿਆ। ਜਦ ਦੇਖਿਆ ਕਿ ਜੰਗਾਂ ਦਾ ਸਮਾਂ ਟਲ ਗਿਆ ਹੈ ਤਾਂ ਭਾਈ ਬਿਧੀ ਚੰਦ ਜੀ ਨੂੰ ਅਯੁੱਧਿਆ ਪ੍ਰਦੇਸ਼ ਵਿੱਚ ਪ੍ਰਚਾਰ ਲਈ ਭੇਜ ਦਿੱਤਾ। ਸ਼ਾਹਜਹਾਨ ਦੇ ਫਰਮਾਨਾਂ ਦੇ ਹੁੰਦਿਆਂ ਸਿੱਖੀ ਪ੍ਰਚਾਰਨੀ ਮੁਸ਼ਕਲ ਹੋ ਗਈ ਸੀ। ਉਸਨੇ ਸਿੱਖ ਗੁਰਦੁਆਰੇ ਢਾਹਣ ਦਾ ਹੁਕਮ ਵੀ ਦੇ ਦਿੱਤਾ ਸੀ। ਆਪ ਜੀ ਨੇ ਉਸ ਵਿਰੁੱਧ ਤਕੜਾ ਘੋਲ ਕੀਤਾ ਤੇ ਹਰ ਪ੍ਰਚਾਰਕ ਦੇ ਨਾਲ 100 ਸਵਾਰ ਵੀ ਦਿੱਤੇ ਤਾਂ ਕਿ ਪ੍ਰਚਾਰ ਵਿੱਚ ਕੋਈ ਵਿਘਨ ਨਾ ਪਵੇ। ਕਾਬਲ, ਗਜਨੀ, ਰਾਨ ਤੇ ਦੂਰ ਉੜੀਸਾ, ਬੰਗਾਲ, ਕਾਮਰੂਪ, ਆਸਾਮ ਤੱਕ ਪ੍ਰਚਾਰਕਾਂ ਦਾ ਪੁੱਜਣਾ ਤੇ ਉੱਥੋਂ ਸੰਗਤਾਂ ਦਾ ਦਰਸ਼ਨਾਂ ਲਈ ਆਉਣਾ ਇਹ ਸਾਬਤ ਕਰਨ ਲਈ ਕਾਫੀ ਹੈ ਕਿ ਸਿੱਖ ਤੇ ਸਿੱਖ ਪ੍ਰਚਾਰਕ ਸ਼ਾਹੀ ਫਰਮਾਨਾਂ ਵੱਲ ਧਿਆਨ ਨਹੀਂ ਸਨ ਦੇ ਰਹੇ। ਮੁਹਸਨ ਫਾਨੀ ਨੇ ਲਿਖਿਆ ਹੈ ਕਿ ਸਿੱਖ ਹਰ ਸ਼ਹਿਰ ਵਿੱਚ ਦੇਖੇ ਜਾ ਸਕਦੇ ਸਨ। ਸਿੱਖੀ ਆਚਰਣ ਵੀ ਇੱਕ ਮਿਸਾਲ ਹੀ ਬਣ ਗਿਆ ਸੀ। ਸਾਰੇ ਪਿੰਡ ਦੀ ਗਵਾਹੀ ਇੱਕ ਪਾਸੇ ਤੇ ਸਿੱਖ ਦੀ ਇੱਕ ਪਾਸੇ। ਫਿਰ ਜੇ ਕੋਈ ਸਿੱਖ ਕਿਸੇ ਪਿੰਡ ਚਲਾ ਜਾਂਦਾ ਸੀ ਤਾਂ ਸਾਰੇ ਪਿੰਡ ਨੂੰ ਪ੍ਰਭਾਵਿਤ ਕਰਦਾ ਸੀ। ਭਾਈ ਖੀਵਾ ਤੇ ਭਾਈ ਪੀਵਾ ਦੀ ਸਾਖੀ ਇੱਕ ਉਦਾਹਰਣ ਹੀ ਹੈ। ਗੁਰੂ ਨੇ ਸਿੱਖਾਂ ਵਿੱਚੋਂ ਮੌਤ ਦਾ ਡਰ ਕੱਢ ਕੈਸੀ ਰਹਿਣੀ ਭਰ ਦਿੱਤੀ ਸੀ, ਉਸ ਦੀ ਸੁੰਦਰ ਝਾਕੀ ਹੈ। ਇਹ ਦੋਵੇਂ ਭਰਾ ਸਰਹੰਦ ਦੇ ਲਾਗੇ ਸ਼ਾਹੂਕਾਰਾ ਕਰਦੇ ਸਨ। ਵਾਹਿਗੁਰੂ ਨੂੰ ਜਾਮਨ ਰੱਖ ਲੋੜਵੰਦ ਨੂੰ ਰੁਪਇਆ ਦਿੰਦੇ ਸਨ। ਕਿਸੇ ਕੋਲੋਂ ਲਿਖਵਾਉਂਦੇ ਨਹੀਂ ਸਨ ਤੇ ਨਾ ਹੀ ਲਿਖਾ ਪੜ੍ਹੀ ਕਰਦੇ ਸਨ। ਇੱਕ ਬ੍ਰਾਹਮਣ ਨੇ ਲੋੜ ਲਈ ਰੁਪਇਆ ਮੰਗਿਆ। ਖੀਵਾ ਜੀ ਨੇ ਆਪਣੇ ਭਰਾ ਪੀਵਾ ਨੂੰ ਅੰਦਰੋਂ ਰੁਪਇਆ ਲਿਆਉਣ ਲਈ ਭੇਜ ਦਿੱਤਾ। ਸਮਾਂ ਜਾਣ ਕੇ ਬ੍ਰਾਹਮਣ ਨੇ ਇੱਕ ਘਟਨਾ ਸੁਣਾਈ ਜੋ ਉਸਨੇ ਭਾਈ ਜੀ ਦੇ ਪਿੰਡ ਦੇਖੀ ਸੀ। ਉਸਨੇ ਦੱਸਿਆ ਕਿ ਜਦ ਉਹ ਪਿੰਡ ਆ ਰਿਹਾ ਸੀ ਤਾਂ ਬਾਹਰ ਖੇਤਾਂ ਵਿੱਚ ਇੱਕ ਜਵਾਨ ਲੜਕਾ ਮਰਿਆ ਪਿਆ ਸੀ ਤੇ ਕੋਲ ਉਸਦੇ ਮਾਂ-ਬਾਪ ਬੈਠੇ ਸ਼ਬਦ ਗਾਇਨ ਕਰ ਰਹੇ ਸਨ ਤੇ ਕਿਸੇ ਕਿਸਮ ਦਾ ਰੁਦਨ ਨਹੀਂ ਸੀ ਹੋ ਰਿਹਾ। ਉਹਨਾਂ ਮੈਨੂੰ ਪਿੰਡ ਵਿੱਚ ਸੁਨੇਹਾ ਦੇਣ ਲਈ ਕਿਹਾ ਸੀ ਕਿ ਮੌਤ ਦੀ ਖਬਰ ਕਰ ਦੇਣੀ ਤਾਂ ਕਿ ਸੰਸਕਾਰ ਦਾ ਪ੍ਰਬੰਧ ਕੀਤਾ ਜਾ ਸਕੇ। ਖਬਰ ਕਰਕੇ ਹੀ ਇੱਧਰ ਆਇਆ ਹਾਂ। ਭਾਈ ਖੀਵਾ ਨੇ ਪੁੱਛਿਆ ਕਿ ਤੁਹਾਡੇ ਪਿੰਡ ਕੋਈ ਗੁਜ਼ਰ ਜਾਏ ਤਾਂ ਕੀ ਕਰਦੇ ਹਨ? ਬ੍ਰਾਹਮਣ ਨੇ ਕਿਹਾ, ਰੋ ਰੋ ਪਿੱਟ ਪਿੱਟ 70 ਲਾ ਦਿੰਦੇ ਹਨ। ਇਤਨੇ ਨੂੰ ਭਾਈ ਪੀਵਾ ਜੀ ਰੁਪਇਆ ਦਾ ਵਸੂਲਾ ਲੈ ਕੇ ਆਏ ਤਾਂ ਭਾਈ ਖੀਵਾ ਨੇ ਆਵਾਜ਼ ਦਿੱਤੀ, ਰੁਪਇਆ ਰਹਿਣ ਦਿਓ, ਇਸ ਪੰਡਤ ਨੂੰ ਨਹੀਂ ਦੇਣਾ। ਬ੍ਰਾਹਮਣ ਚੀਕਿਆ, ਇਹ ਕਿਉਂ? ਤਾਂ ਭਾਈ ਖੀਵਾ ਜੀ ਨੇ ਕਿਹਾ, ਜੋ ਰੱਬ ਦੀ ਵਸਤੂ ਵਾਪਸ ਕਰਦਿਆਂ ਇਤਨਾ ਰੌਲਾ ਪਾਉਂਦਾ ਹੈ ਤਾਂ ਰੁਪਏ ਵਾਪਸ ਕਰਨ ਤਾਂ ਕਦੇ ਵੀ ਨਹੀਂ ਆਉਗੇ। ਐਸਾ ਆਚਰਨ ਸਿੱਖ ਦਾ ਘੜਿਆ ਜਾ ਚੁੱਕਾ ਸੀ। ਭਾਈ ਭੈਰੋ ਦੀ ਜੁਰਤ ਤੇ ਗਿਆਨੀ ਪੰਡਤ ਪ੍ਰਤਾਪ ਮੱਲ ਦੇ ਆਖੇ ਸ਼ਬਦ ਸਿੱਖੀ ਦੇ ਰੋਸ਼ਨ ਮੁਨਾਰੇ ਹੀ ਹਨ। ਗੁਰਬਾਣੀ ਦਾ ਕਿਤਨਾ ਕੁ ਸਤਿਕਾਰ ਗੁਰੂ ਜੀ ਕਰਦੇ ਸਨ, ਇਸ ਦੀ ਉਦਾਹਰਣ ਉਹ ਸਾਖੀ ਹੈ ਜਦ ਭਾਈ ਗੋਪਾਲ ਜੀ ਦੇ ਸ਼ੁੱਧ ਜਪਜੀ ਸੁਣਾਉਣ ਉੱਤੇ ਗੁਰਗੱਦੀ ਦੇਣ ਲਈ ਤਿਆਰ ਹੋ ਗਏ ਸਨ। ਇਹ ਵੱਖਰੀ ਗੱਲ ਹੈ, ਉਸਨੇ ਚੀਨੇ ਘੋੜੇ ਦਾ ਸੰਕਲਪ ਕਰ ਲਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੀਵਾਨ ਵਿੱਚ ਸਿੰਘਾਸਨ ਤੇ ਪ੍ਰਕਾਸ਼ ਰੂਪ ਆਪੂ ਹੇਠ ਸੰਗਤ ਵਿੱਚ ਬੈਠਦੇ। ਪ੍ਰਚਾਰ ਹਿੱਤ ਜੋ ਆਪ ਜੀ ਨੂੰ ਪੀਲੀ ਭੀਤ ਨਾਨਕ ਮਤੇ ਪੁੱਜਣਾ ਪਿਆ ਤਾਂ ਆਪ ਜਰਾ ਵੀ ਨਾ ਅਟਕੇ। ਧਰਮ ਦੀਆਂ ਗੁੰਝਲਾਂ ਸਹਿਲ ਜ਼ਬਾਨ ਵਿੱਚ ਹੱਲ ਕਰ ਸਮਝਾਉਂਦੇ ਸਨ। ਸਿੱਖ ਉਸੇ ਤਰ੍ਹਾਂ ਹੀ ਆਤਮਿਕ ਸ਼ਾਂਤੀ ਲਈ ਪੁੱਜਦੇ ਸਨ ਤੇ ਨਿਹਾਲ ਹੁੰਦੇ ਸਨ। ਭਾਈ ਚੌਜੜ ਨੇ ਜਦ ਗੁਰੂ ਹਰਗੋਬਿੰਦ ਜੀ ਕੋਲੋਂ ਸਿੱਖੀ ਦਾ ਮੂਲ ਤੇ ਆਦਰਸ਼ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ, ਸਿੱਖੀ ਦਾ ਮੂਲ ਮਨ ਨੀਵਾਂ ਹੈ। ਜਦ ਉਸ ਪੁੱਛ ਕੀਤੀ ਕਿ ਟਹਿਣੀਆਂ ਕਿਹੜੀਆਂ ਹਨ ਤਾਂ ਆਪ ਜੀ ਨੇ ਬਚਨ ਕੀਤਾ, ਸੇਵਾ ਟਹਿਲ ਹੈ। ਉਸ ਦਾ ਅਗਲਾ ਪ੍ਰਸ਼ਨ ਸੀ ਕਿ ਸਿੱਖੀ ਦੇ ਪੱਤ ਕਿਹੜੇ ਹਨ? ਗੁਰੂ ਹਰਗੋਬਿੰਦ ਜੀ ਦਾ ਉੱਤਰ ਸੀ, ਸਾਧ ਸੰਗਤ। ਸਿੱਖੀ ਨੂੰ ਫੁੱਲ ਕੀ ਪੈਂਦਾ ਹੈ, ਫਲ ਕੀ ਲੱਗਦਾ ਹੈ? ਤਾਂ ਬਚਨ ਕੀਤਾ, ਸ਼ਬਦ ਸਮਝਣਾ ਸਿੱਖੀ ਨੂੰ ਫੁੱਲ ਪੈਣਾ ਹੈ। ਜਿਸ ਨੇ ਜੁਗਤ ਨੂੰ ਝੂਠਾ ਤੇ ਆਤਮਾ ਨੂੰ ਸਤਿਕਾਰ ਜਾਤਾ ਹੈ, ਸੋਈ ਸਿੱਖ ਹੈ, ਇਹ ਫਲ ਹੈ। ਸਮਕਾਲੀ ਮੁਹਸਨ ਫਾਨੀ ਲਿਖਦਾ ਹੈ, ਗੁਰੂ ਜੀ ਇੱਕ ਵਾਹਿਗੁਰੂ ਵਿੱਚ ਵਿਸ਼ਵਾਸ ਰੱਖਦੇ ਹਨ। ਸਿੱਖ ਮੂਰਤੀ ਪੂਜਾ ਨੂੰ ਨਹੀਂ ਮੰਨਦੇ। ਉਹ ਜਪ ਤਪ ਵਿੱਚ ਹਿੰਦੂਆਂ ਵਾਂਗ ਯਕੀਨ ਨਹੀਂ ਰੱਖਦੇ। ਹਿੰਦੂਆਂ ਦੇ ਮੰਦਿਰਾਂ ਨੂੰ ਇਸ਼ਟ ਨਹੀਂ ਮੰਨਦੇ, ਨਾ ਹੀ ਹਿੰਦੂ ਅਵਤਾਰਾਂ ਤੇ ਵਿਸ਼ਵਾਸ ਰੱਖਦੇ ਹਨ। ਹਿੰਦੂ ਸੰਸਕ੍ਰਿਤੀ ਦੇ ਮੰਤਰਾਂ ਨੂੰ ਦੇਵ ਭਾਸ਼ਾ ਵਿੱਚ ਲਿਖੇ ਮੰਨਦੇ ਹਨ, ਪਰ ਸਿੱਖ ਇਹਨਾਂ ਤੇ ਕੋਈ ਯਕੀਨ ਨਹੀਂ ਰੱਖਦੇ। ਗੁਰੂ ਪਾਤਸ਼ਾਹ ਨੇ ਉਸੇ ਤਰ੍ਹਾਂ ਧਾਰਮਿਕ ਅਗਵਾਈ ਦਿੱਤੀ ਰੱਖੀ ਤੇ ਸਿੱਖੀ ਮੌਲਦੀ ਰਹੀ। ਫੌਜੀ ਜਰਨੈਲ ਗੁਰੂ ਹਰਗੋਬਿੰਦ ਜੀ ਛੋਟੀ ਉਮਰ ਵਿੱਚ ਹੀ ਨਾ ਸਿਰਫ ਸ਼ਸਤਰ ਵਿੱਦਿਆ ਵਿੱਚ ਪ੍ਰਵੀਨ ਹੋ ਗਏ ਸਨ, ਸਗੋਂ ਨੀਤੀ ਵਿੱਚ ਵੀ ਨਿਪੁੰਨ ਸਨ। ਹਰ ਸ਼ਸਤਰ ਨੂੰ ਜੁਗਤੀ ਨਾਲ ਚਲਾਉਣਾ ਉਹ ਜਾਣਦੇ ਸਨ।
ਘੋੜਸਵਾਰੀ ਵਿੱਚ ਉਹਨਾਂ ਦਾ ਕੋਈ ਟਾਕਰਾ ਨਹੀਂ ਸੀ ਤੇ ਤੀਰ ਚਲਾਉਣ ਵਿੱਚ ਕੋਈ ਤੁੱਲ ਨਹੀਂ ਸੀ। ਜੰਗ ਦੇ ਸਭ ਦਾ ਪੇਚ ਉਹ ਜਾਣ ਗਏ ਸਨ। 4 ਜੰਗਾਂ ਤੇ ਹੋਰ ਕਈ ਲੜਾਈਆਂ ਜੋ ਗੁਰੂ ਜੀ ਨੇ ਲੜੀਆਂ, ਉਹਨਾਂ ਵਿੱਚ ਇੱਕ ਗੱਲ ਉੱਭਰ ਕੇ ਆਉਂਦੀ ਹੈ ਕਿ ਵਿਰੋਧੀ ਸੈਨਾਪਤੀ ਨੂੰ ਉਹਨਾਂ ਆਪ ਹੀ ਸਿੱਧੀ ਲੜਾਈ ਲਈ ਪਾਰ ਕਰ ਦਿੱਤਾ। ਪਹਿਲੀ ਜੰਗ ਵਿੱਚ ਸਿੱਧੇ ਟਾਕਰੇ ਵਿੱਚ ਮੁਖਲਿਸ ਖਾਨ ਨੂੰ ਇੱਕ ਵਾਰ ਨਾਲ ਹੀ ਮਾਰ ਮੁਕਾਇਆ। ਦੂਜੀ ਲੜਾਈ ਹਰਗੋਬਿੰਦਪੁਰ ਵਿਖੇ ਜਦ ਅਬਦੁੱਲਾ ਖਾਨ, ਕਰਮਚੰਦ ਤੇ ਰਤਨ ਨੇ ਇਕੱਠੇ ਹੋ ਗੁਰੂ ਨੂੰ ਇਕੱਲਾ ਜਾਣ ਇੱਕ ਟੱਕ ਵਾਰ ਕੀਤੇ ਤਾਂ ਆਪ ਜੀ ਦੀ ਦ੍ਰਿੜਤਾ ਦੇਖਣ ਵਾਲੀ ਸੀ। ਇੱਕ ਨੂੰ ਢਾਲ ਨਾਲ, ਦੂਜੇ ਨੂੰ ਤੀਰ ਨਾਲ ਤੇ ਤੀਜੇ ਨੂੰ ਤਲਵਾਰ ਨਾਲ ਮਾਰ ਮੁਕਾਇਆ। ਤੀਜੀ ਜੰਗ ਵਿੱਚ ਕਾਬਲੀ ਬੇਗ ਤੇ ਲੱਲਾ ਬੇਗ ਨੂੰ ਆਪ ਨੇ ਹੀ ਖਤਮ ਕੀਤਾ। ਚੌਥੀ ਜੰਗ ਵਿੱਚ ਵੀ ਪਹਿਲਾਂ ਪੈਂਦੇ ਖਾਂ ਨੂੰ ਤੇ ਫਿਰ ਕਾਲੇ ਖਾਂ ਦਾ ਆਪਣੀ ਹੱਥੀਂ ਸਿਰ ਉਤਾਰਿਆ। ਇਹ ਪ੍ਰਗਟ ਕਰਦਾ ਹੈ ਕਿ ਗੁਰੂ ਜੀ ਯੋਧਿਆਂ ਵਾਂਗ ਜੂਝਦੇ ਸਨ ਤੇ ਅੱਗੇ ਹੋ ਦੁਸ਼ਮਣ ਦਾ ਵਾਰ ਸਹਾਰਦੇ ਤੇ ਟੱਕਰ ਲੈਂਦੇ ਸਨ। ਗੁਰਬਿਲਾਸ ਦਾ ਲਿਖਾਰੀ ਕਹਿੰਦਾ ਹੈ, ਜਿਸ ਵੇਲੇ ਗੁਰੂ ਜੀ ਬਾਣ ਮਾਰਨ ਲਈ ਕਮਾਨ ਕੱਸਦੇ ਸਨ, ਵੈਰੀ ਕੰਬ ਉੱਠਦੇ ਸਨ ਅਤੇ ਜਿਸ ਵੇਲੇ ਗੁਰੂ ਜੀ ਦੇ ਘੋੜੇ ਦਾ ਹਿਣਕਾਰ ਰਣ ਵਿੱਚ ਕੰਨੀ ਪੈਂਦਾ ਸੀ, ਉਸ ਵੇਲੇ ਹਰ ਪਾਸੇ ਵਿਰੋਧੀਆਂ ਦੇ ਦਿਲ ਡੋਲਣ ਲੱਗਦੇ ਸਨ। ਹਰ ਜੰਗ ਦੇ ਅਧਿਐਨ ਨਾਲ ਇਹ ਵੀ ਪ੍ਰਗਟ ਹੋਵੇਗਾ ਕਿ ਗੁਰੂ ਜੀ ਦੇ ਤੀਰਾਂ ਦੇ ਟਾਕਰੇ ਉੱਤੇ ਕੋਈ ਤੀਰ ਚਲਾ ਹੀ ਨਹੀਂ ਸੀ ਸਕਦਾ। ਜਹਾਂਗੀਰ ਨੇ ਜਮਨਾ ਵਿੱਚ ਤੁੰਬੇ ਸੁੱਟੇ ਜਦ ਨਿਸ਼ਾਨੇ ਮਾਰਨ ਦਾ ਖੇਲ ਕੀਤਾ ਸੀ ਤਾਂ ਸਿਰਫ ਆਪ ਜੀ ਦੇ ਤੀਰ ਹੀ ਨਿਸ਼ਾਨੇ ਤੇ ਪਏ ਸਨ। ਹਰ ਜੰਗ ਵਿੱਚ ਵਿਰੋਧੀ ਇਹ ਹੀ ਆਖਦੇ ਸਨ ਕਿ ਤੀਰ ਦੀ ਜੰਗ ਛੱਡ ਕੇ ਪੀਰ ਜੀ ਮੁਕਾਬਲਾ ਕਰੋ। ਜਰਨੈਲ ਦਾ ਵੱਡਾ ਗੁਣ ਹੁੰਦਾ ਹੈ ਕਿ ਉਹ ਸਮੇਂ ਸਿਰ ਤੇ ਖਾਸ ਕਰਕੇ ਯੁੱਧ ਵਿੱਚ ਠੰਡੇ ਦਿਲ ਤੇ ਦਿਮਾਗ ਨਾਲ ਅਗਵਾਈ ਕਰੇ। ਗੁਰੂ ਜੀ ਦੇ ਠੰਡੇ ਸੁਭਾਅ ਤੇ ਮੌਕੇ ਸਿਰ ਅਗਵਾਈ ਦੇਣ ਦੀਆਂ ਕਈ ਉਦਾਹਰਨਾਂ ਹਨ। ਪਹਿਲੀ ਜੰਗ ਵਿੱਚ ਅਚਾਨਕ ਹੱਲਾ ਹੋ ਜਾਣ ਤੇ ਵੀ ਆਪ ਜੀ ਰਤਾ ਭਰ ਵੀ ਛਿੱਤੇ ਨਾ ਪਏ। ਇੱਕ ਪਾਸੇ ਬਰਾਤ ਦੀ ਉਡੀਕ ਸੀ, ਸਾਰਾ ਪਰਿਵਾਰ ਖੁਸ਼ੀਆਂ ਵਿੱਚ ਜੁਟਿਆ ਹੋਇਆ ਸੀ। ਦੂਜੇ ਪਾਸੇ ਅੰਮ੍ਰਿਤਸਰ ਉੱਤੇ ਹਮਲਾ ਹੋ ਗਿਆ ਸੀ। ਆਪ ਜੀ ਨੇ ਬੜੀ ਸੂਝ ਨਾਲ ਸਮੇਂ ਨੂੰ ਸੰਭਾਲਿਆ, ਪਰਿਵਾਰ ਨੂੰ ਸੁਰੱਖਿਅਤ ਥਾਂ ਪਹੁੰਚਾਇਆ ਤੇ ਆਪ ਕਿਲੇ ਵਿੱਚ ਵੱਧਦੀ ਫੌਜ ਨੂੰ ਰੋਕ ਪਾਉਂਦੇ ਰਹੇ। ਜਦ ਕਿਲੇ ਤੱਕ ਫੌਜਾਂ ਪੁੱਜ ਗਈਆਂ ਤੇ ਦੀਵਾਰ ਉੱਤੇ ਹੱਲੇ ਹੋਣ ਲੱਗੇ ਤਾਂ ਆਪ ਜੀ ਨੇ ਇੱਕ ਖੋਖਲੇ ਦਰਖਤ ਨੂੰ ਤੋਪ ਬਣਾ ਕੇ ਵਰਤਿਆ। ਖੋਖਲੇ ਦਰਖਤ ਨੂੰ ਪੱਥਰ ਮਾਰ ਤੋਪ ਬਣਾ ਆਪ ਜੀ ਦੀ ਸੂਝ ਦਾ ਹੀ ਕੰਮ ਸੀ। ਉਸ ਤੋਪ ਨੇ ਬਾਰੂਦ ਦੇ ਗੋਲਿਆਂ ਤੋਂ ਵੱਧ ਕੰਮ ਦਿੱਤਾ। ਸਮੇਂ ਸਿਰ ਹਥਿਆਰ ਬਣਾ ਲੈਣ ਉਹਨਾਂ ਦੇ ਹੁਨਰਮੰਦ ਦਿਮਾਗ ਦਾ ਹੀ ਕਰਿਸ਼ਮਾ ਸੀ। ਭਾਈ ਭਾਨਾ ਨੂੰ, ਜੋ ਸਿੱਖ ਫੌਜਾਂ ਦੇ ਜਥੇਦਾਰ ਸਨ, ਕਿਹਾ, ਇੱਕ ਤਾਂ ਆਪਣੇ ਘਰ ਦੇ ਨੇੜੇ ਹੀ ਜੰਗ ਕਰਨਾ ਯੁੱਧ ਨੀਤੀ ਨਹੀਂ ਹੁੰਦੀ। ਜੰਗ ਦਾ ਮੈਦਾਨ ਅੰਮ੍ਰਿਤਸਰ ਤੋਂ ਬਾਹਰ ਹੀ ਬਣਾਇਆ ਜਾਏ। ਘਰ ਦੇ ਨੇੜੇ ਲੜਨ ਨਾਲ ਇੱਕ ਤਾਂ ਘਰ ਘਾਟ ਤਬਾਹ ਹੋ ਜਾਂਦੇ ਹਨ, ਦੂਜੇ ਹਨੇਰਾ ਛਾ ਜਾਣ ਵੇਲੇ ਆਪਣੇ ਹੀ ਬੰਦੇ ਆਪਣੇ ਹੱਥੀਂ ਮਰ ਜਾਂਦੇ ਹਨ। ਉਹਨਾਂ ਦਾ ਭਾਵ ਸੀ ਕਿ ਜੰਗ ਵੇਲੇ ਸਭ ਤੋਂ ਚੰਗੀ ਨੀਤੀ ਆਕਰਮਣ ਦੀ ਹੈ, ਰੱਖਿਆ ਦੀ ਨਹੀਂ। ਜੰਗਾਂ ਦੀ ਜੰਗਬੰਦੀ ਦੀ ਵਿਉਂਤ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਕਰਦੇ ਸਨ। ਜੰਗ ਵਿੱਚ ਜਿੱਤ ਦਾ ਬਹੁਤ ਨਿਰਭਰ ਫੌਜਾਂ ਨੂੰ ਖਿਲਾਰਨ ਤੇ ਖੜਾ ਕਰਨ ਵਿੱਚ ਹੀ ਹੁੰਦਾ ਹੈ। ਗਲਤ ਥਾਂ ਅਤੇ ਗਲਤ ਢੰਗ ਨਾਲ ਖੜੀ ਕੀਤੀ ਫੌਜ ਤਕੜੀ ਹੋਣ ਦੇ ਬਾਵਜੂਦ ਹਾਰ ਖਾ ਸਕਦੀ ਹੈ। ਫੌਜ ਨੂੰ ਟੁਕੜਿਆਂ ਵਿੱਚ ਵੰਡ ਕੇ ਵਾਰੀ-ਵਾਰੀ ਟਾਕਰੇ ਤੇ ਭੇਜਦੇ ਸਨ। ਦੁਸ਼ਮਣ ਨੂੰ ਹਮੇਸ਼ਾ ਅੱਗੋਂ ਦੀ ਜਾ ਕੇ ਲੈਂਦੇ ਸਨ। ਪਹਿਲੀ ਜੰਗ ਵਿੱਚ ਪਿਪਲੀ, ਦੂਜੀ ਜੰਗ ਵਿੱਚ ਕਰਤਾਰਪੁਰ, ਤੀਜੀ ਜੰਗ ਵੇਲੇ ਰਾਹ ਵਿੱਚ ਹੀ ਟੁਰਦਿਆਂ ਤੇ ਚੌਥੀ ਵੇਲੇ ਆਉਂਦਿਆਂ ਹੀ ਜੂਝ ਪਏ। ਇਸ ਤਰ੍ਹਾਂ ਵਿਰੋਧੀ ਦਲ ਨੂੰ ਸਾਹ ਲੈਣ ਦਾ ਵੀ ਮੌਕਾ ਨਹੀਂ ਸੀ ਮਿਲਦਾ। ਲੱਲਾ ਬੇਗ ਤੇ ਕਰਮ ਬੇਗ ਨਥਾਣੇ ਵੀ ਲੜਾਈ ਵਿੱਚ ਪਹਿਲੇ ਹੱਲੇ ਬਾਅਦ ਸੰਭਲ ਹੀ ਨਾ ਸਕੇ ਤੇ ਮੂੰਹ ਦੀ ਖਾ ਕੇ ਡਿੱਗੇ। ਫਿਰ ਗੁਰੂ ਜੀ ਹਰ ਜਥੇਦਾਰ ਦੇ ਡਿੱਗਣ ਜਾਂ ਸ਼ਹੀਦ ਹੋਣ ਸਮੇਂ ਅਗਲੇ ਜਥੇਦਾਰ ਨੂੰ ਤਿਆਰ ਰੱਖਦੇ ਸਨ। ਉਹ ਕਿਸੇ ਸਮੇਂ ਵੀ ਬੇਦਲੀ ਜਾਂ ਖਲਬਲੀ ਪੈਦਾ ਨਹੀਂ ਸਨ ਹੋਣ ਦਿੰਦੇ। ਭਾਈ ਨਾਨੂ ਜੀ ਦੀ ਸ਼ਹੀਦੀ ਬਾਅਦ ਜੋ ਤਕਰੀਰ ਉਹਨਾਂ ਕੀਤੀ, ਉਹ ਉਹਨਾਂ ਦਾ ਇੱਕ ਕਾਮਯਾਬ ਜਰਨੈਲ ਹੋਣਾ ਹੀ ਸਾਬਤ ਕਰਦੀ ਹੈ। ਮੈਕਾਲਿਫ ਦਾ ਕਹਿਣਾ ਹੈ ਕਿ ਗੁਰੂ ਜੀ ਦੀ ਜੰਗ ਵਿੱਚ ਚੇਤਨਤਾ ਦਾਦ ਦੇਣ ਵਾਲੀ ਹੁੰਦੀ ਸੀ। ਉਹ ਚਾਰੇ ਪਾਸੇ ਨਹੀਂ, 8 ਨੁੱਕਰਾਂ ਵਿੱਚ ਦੇਖਦੇ ਹਨ। ਸਭ ਤੋਂ ਵੱਧ ਉਹਨਾਂ ਜੰਗ ਵਿੱਚ ਕਦੇ ਵੀ ਗੁੱਸੇ ਦਾ ਸਹਾਰਾ ਨਾ ਲਿਆ ਤੇ ਰੋਹ ਵਿੱਚ ਜਾਂ ਕਰੋਧ ਵਿੱਚ ਕਦੇ ਵਾਰ ਨਾ ਕੀਤਾ। ਉਹਨਾਂ ਦੇ ਮੱਥੇ ਉੱਤੇ ਤਿਉੜੀ ਕਦੇ ਕਿਸੇ ਨੇ ਨਹੀਂ ਦੇਖੀ ਸੀ। ਜੰਗ ਵਿੱਚ ਸਖਤ ਹੱਲੇ ਵੀ ਹੋਏ, ਲਲਕਾਰਾਂ ਤੇ ਵੰਗਾਰਾਂ ਵੀ ਪਈਆਂ, ਕਈਆਂ ਨੇ ਬੋਲੀਆਂ ਵੀ ਮਾਰੀਆਂ, ਪਰ ਕੀ ਮਜਾਲ ਜੇ ਧੀਰਜ ਦਾ ਲੜ ਛੱਡਿਆ ਹੋਵੇ। ਇੱਥੋਂ ਤੱਕ ਸੁਕੇਤ ਰਹਿੰਦੇ ਸਨ ਕਿ ਦੂਜੀ ਜੰਗ ਵਿੱਚ ਮੀਰੀ ਦੀ ਕਿਰਪਾਨ ਟੁੱਟ ਗਈ ਤੇ ਕਰਮਚੰਦ ਕੋਲ ਵੀ ਕੋਈ ਤਲਵਾਰ ਨਾ ਰਹੀ ਤਾਂ ਆਪ ਜੀ ਨੇ ਪੀਰੀ ਦੀ ਤਲਵਾਰ, ਜੋ ਸਦਾ ਆਪ ਜੀ ਪਾਸ ਹੁੰਦੀ ਸੀ, ਉਸ ਨਾਲ ਮਾਰਨਾ ਅਯੋਗ ਜਾਣਿਆ ਤੇ ਉਸ ਨੂੰ ਪਟਕਾ ਕੇ ਜ਼ਮੀਨ ਉੱਤੇ ਮਾਰਿਆ। ਪੈਂਦੇ ਖਾਂ, ਜਿਸ ਨੂੰ ਹੱਥੀਂ ਪਾਲ ਕੇ ਗੁਰੂ ਜੀ ਜਵਾਨ ਕੀਤਾ ਸੀ, ਉਹ ਹੀ ਲਸ਼ਕਰ ਚੜਾ ਕੇ ਆ ਗਿਆ।
ਸਾਹਮਣੇ ਟਾਕਰੇ ਲਈ ਵੀ ਉਸ ਵੰਗਾਰਿਆ ਤੇ ਟਾਕਰਾ ਕੀਤਾ, ਪਰ ਧੰਨ ਗੁਰੂ ਜੀ ਸਨ, ਉਸ ਨੂੰ ਇਸ ਵਿਰੋਧੀ ਹਾਲਤ ਵਿੱਚ ਵੇਖ ਕੇ ਵੀ ਮੁਸਕਰਾਉਂਦੇ ਰਹੇ। ਉਸ ਨੂੰ ਜਦ ਢਾਲ ਦੇ ਵਾਰ ਨਾਲ ਮਾਰ ਕੇ ਗਿਰਾ ਦਿੱਤਾ ਤਾਂ ਆਪ ਘੋੜੇ ਤੋਂ ਉਤਰ ਕੇ ਧੁੱਪ, ਧੂੜ ਤੇ ਗਰਮੀ ਤੋਂ ਉਸੇ ਢਾਲ ਨਾਲ ਛਾਂ ਕੀਤੀ ਤੇ ਉਸ ਢਾਲ ਨਾਲ ਉਸ ਦਾ ਮੂੰਹ ਢੱਕ ਦਿੱਤਾ। ਰਵਾਦਾਰੀ ਤੇ ਸਹਿਨਸ਼ੀਲਤਾ ਦੀ ਹੱਦ ਉਸ ਸਮੇਂ ਹੋਈ ਜਦ ਮਰਦੇ ਪੈਂਦੇ ਖਾਂ ਨੂੰ ਆਖਣ ਲੱਗੇ, ਕਲਮਾ ਪੜ੍ਹ। ਇਹ ਵੱਖਰੀ ਗੱਲ ਹੈ ਕਿ ਉਸਨੇ ਕਿਹਾ ਕਿ ਤੁਹਾਡੇ ਦਰਸ਼ਨ ਹੀ ਮੇਰੇ ਲਈ ਕਲਮਾ ਹਨ। ਕਾਲੇ ਖਾਂ ਨੇ ਉੱਤੋਂ ਤੁੜੀ 3 ਵਾਰ ਕੀਤੇ। ਆਪ ਨੇ ਹਰ ਵਾਰ ਨੂੰ ਸਹਾਰਿਆ ਤੇ ਆਪਣਾ ਵਾਰ ਕਰਨ ਵੇਲੇ ਮੁਸਕਰਾ ਕੇ ਸਿਰਫ ਇਹ ਆਖਿਆ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ, ਅਤੇ ਇੱਕ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਸੱਚਮੁੱਚ ਇੱਕ ਉਸਤਾਦ ਜਿਵੇਂ ਕਿਸੇ ਸ਼ਾਗਿਰਦ ਨੂੰ ਕਲਮ ਘੜਨ ਦੀ ਜਾਂਚ ਸਿਖਾ ਰਿਹਾ ਹੋਵੇ, ਐਸਾ ਗੁਣ ਕਿਸੇ ਵੀ ਜਰਨੈਲ ਵਿੱਚੋਂ ਮਿਲਣਾ ਅਸੰਭਵ ਹੈ। ਫਿਰ ਜਦ ਤੀਜੀ ਜੰਗ ਵਿੱਚ ਭਾਈ ਜੋਧ ਸ਼ਾਹ ਨੇ ਰਾਤ ਹੀ ਸ਼ਾਹੀ ਫੌਜ ਤੇ ਹਮਲਾ ਕਰਨ ਲਈ ਕਿਹਾ ਤਾਂ ਆਪ ਜੀ ਨੇ ਜੋ ਉੱਚੀ ਗੱਲ ਆਖੀ ਉਹ ਗੁਰੂ ਹਰਗੋਬਿੰਦ ਵਰਗੇ ਜਰਨੈਲ ਨੂੰ ਹੀ ਸੋਭਦੀ ਹੈ। ਆਪ ਜੀ ਨੇ ਫਰਮਾਇਆ, ਡਿੱਗ ਪਏ ਹਥਿਆਰਹੀਨ, ਬਾਲਕ, ਬਿਰਧ, ਰੋਗੀ, ਸ਼ਰਨਾਗਤ ਅਤੇ ਇਸਤਰੀ, ਇਹਨਾਂ ਸੱਤਾਂ ਤੇ ਵਾਰ ਕਰਨ ਵਾਲੇ ਦਾ ਸਭ ਤੇਜ ਪ੍ਰਤਾਪ ਨਸ਼ਟ ਹੋ ਜਾਂਦਾ ਹੈ। ਇਹ ਵੀ ਸਮਝਣ ਨਾਲ ਹੀ ਸੰਬੰਧ ਰੱਖਦਾ ਹੈ ਕਿ ਆਪ ਜੀ ਨੇ ਉਹਨਾਂ ਲੋਕਾਂ ਦੀ ਫੌਜ ਬਣਾਈ ਜਿਨ੍ਹਾਂ ਕਦੀ ਤਲਵਾਰ ਦਾ ਮੂੰਹ ਵੀ ਨਹੀਂ ਸੀ ਦੇਖਿਆ। ਮੁਹਸਨ ਫਾਨੀ ਲਿਖਦਾ ਹੈ ਕਿ ਗੁਰੂ ਜੀ ਦੇ ਅਸਤਬਲ ਵਿੱਚ 700 ਘੋੜੇ ਰਹਿੰਦੇ ਸਨ ਤੇ 300 ਸਵਾਰ ਅਤੇ 7 ਤੋਪਚੀ ਹਰ ਵੇਲੇ ਲੰਗਰ ਵਿੱਚ ਪ੍ਰਸ਼ਾਦ ਛਕਦੇ ਸਨ। ਉਹਨਾਂ ਲੋਕਾਂ ਦੀ ਜਥੇਬੰਦੀ ਕਰਨੀ ਤੇ ਫਿਰ ਉਹਨਾਂ ਨੂੰ ਸਿਖਲਾਏ ਹੋਏ ਪਲਥੇ ਬਾਜਾਂ ਦੇ ਟਾਕਰੇ ਤੇ ਖੜਾ ਕਰ ਦੇਣਾ ਸਿਰਫ ਗੁਰੂ ਹਰਗੋਬਿੰਦ ਜੀ ਦਾ ਹੀ ਕੰਮ ਹੈ। 4 ਜੰਗਾਂ ਲੜਨੀਆਂ ਤੇ 4ਾਂ ਵਿੱਚ ਹੀ ਜਿੱਤਾਂ ਪ੍ਰਾਪਤ ਕਰਨੀਆਂ ਕੋਈ ਛੋਟਾ ਜਿਹਾ ਕਰਤੱਵ ਨਹੀਂ। ਇਹ ਜੰਗਾਂ ਲੋਕ ਜੰਗਾਂ ਸਨ। ਪਹਿਲੀ ਵਾਰ ਲੋਕ ਹਕੂਮਤ ਨਾਲ ਟਕਰਾ ਰਹੇ ਸਨ। ਰਾਜਿਆਂ ਤੇ ਹਕੂਮਤਾਂ ਦੀਆਂ ਟੱਕਰਾਂ ਤਾਂ ਕਈ ਹੋ ਚੁੱਕੀਆਂ ਸਨ, ਪਰ ਇਹ ਪਹਿਲੀ ਵਾਰ ਹੀ ਹੋਇਆ ਸੀ ਕਿ 6 ਮਹੀਨੇ ਬਾਅਦ ਇੱਕ ਕਮੀਜ਼ ਤੇ 2 ਵਕਤ ਦਾ ਪ੍ਰਸ਼ਾਦਾ ਛਕਣ ਵਾਲੇ ਸ਼ਾਹੀ ਫੌਜਾਂ ਦੇ ਟਾਕਰੇ ਤੇ ਜੂਝੇ ਤੇ ਜਿੱਤੇ। ਲੋਕ ਜੰਗਾਂ ਇਸ ਕਾਰਨ ਵੀ ਕਹੀਆਂ ਜਾ ਸਕਦੀਆਂ ਹਨ ਕਿ ਗੁਰੂ ਜੀ ਨੂੰ ਨਥਾਣੇ ਦੀ ਜੰਗ ਵਿੱਚ ਰਸਦ, ਰਕਮ, ਰੋਟੀ ਤੇ ਦੁੱਧ ਖਿੱਚੜ ਦੀ ਤੋਟ ਨਾ ਆਈ। ਫੌਜਾਂ ਸਦਾ ਹੀ ਉਤਸ਼ਾਹ ਵਿੱਚ ਰਹੀਆਂ। ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਸਿਰ ਉੱਚਾ ਕਰਕੇ ਗੁਰੂ ਹਰਗੋਬਿੰਦ ਜੀ ਕੋਲੋਂ ਟੁਰਨ ਦੀ ਜਾਂਚ ਸਿੱਖੀ। ਸ਼ਾਹੀ ਫੌਜਾਂ ਨੂੰ ਹਾਰ ਤੇ ਉਹਨਾਂ ਦੀਆਂ ਭਾਜੜਾਂ ਲੋਕ ਕਥਾਵਾਂ ਬਣ ਗਈਆਂ ਸਨ। ਲੋਕੀ ਇਹ ਜਾਣਦੇ ਸਨ ਕਿ ਗੁਰੂ ਜੀ ਨਿਰੋਲ ਧਰਮ ਦਾ ਯੁੱਧ ਕਰ ਰਹੇ ਸਨ। ਉਹ ਜਰ, ਜਨ ਤੇ ਜ਼ਮੀਨ ਦੇ ਲਾਲਚਾਂ ਤੋਂ ਉੱਚੇ ਸਨ। ਉਹ ਸਿਰਫ ਅਣਖ ਨੂੰ ਬਚਾਉਣ ਲਈ ਜੂਝੇ ਸਨ। ਉਸ ਜੰਗ ਵਿੱਚ ਹਰ ਕੋਈ ਸਾਥ ਦੇ ਰਿਹਾ ਸੀ। ਇੰਦੂ ਭੂਸ਼ਣ ਬੈਨਰਜੀ ਨੇ ਠੀਕ ਲਿਖਿਆ ਹੈ ਕਿ ਜੰਗਾਂ ਦੇਖਣ ਨੂੰ ਬੇਸ਼ੱਕ ਕਿਸੇ ਨੂੰ ਬੇਫਾਇਦਾ ਲੱਗਣਗੀਆਂ ਕਿਉਂਕਿ ਕੋਈ ਤੁਰੰਤ ਸਿੱਟੇ ਨਾ ਨਿਕਲੇ, ਪਰ ਇਹ ਜੰਗਾਂ ਨਿਰਲਾਭ ਨਹੀਂ ਸਨ। ਉਸ ਸਮੇਂ ਝਗੜੇ ਤੇ ਸ਼ਕਤੀਸ਼ਾਲੀ ਸਾਮਰਾਜ ਦੇ ਕਰਮਚਾਰੀਆਂ ਵਿਰੁੱਧ ਜਿੱਤਾਂ ਨੇ ਸਿੱਖਾਂ ਵਿੱਚ ਸਵੈ ਭਰੋਸਾ ਭਰਿਆ ਤੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੀ ਦਾਤ ਦਿੱਤੀ। ਇਹਨਾਂ ਜੰਗਾਂ ਤੋਂ ਪਹਿਲਾਂ ਉਹ ਜਾਬਰਾਂ ਦੀਆਂ ਅੱਡੀਆਂ ਥੱਲੇ ਸਨ, ਪਰ ਹੁਣ ਉਹਨਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਚੰਗੀ ਤੇ ਸੁਘੜ ਅਗਵਾਈ ਹੇਠਾਂ ਉਹ ਵੱਡੇ ਤੋਂ ਵੱਡੇ ਸਾਮਰਾਜ ਦਾ ਟਾਕਰਾ ਕਰ ਸਕਦੇ ਹਨ। ਇਹ ਬਹੁਤ ਵੱਡਾ ਲਾਭ ਸੀ। ਸਦੀਆਂ ਤੋਂ ਲਿਤਾੜੇ ਹੋਏ ਉੱਠ ਬੈਠੇ। ਬੰਗਲੇ ਨੇ ਵੀ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਨੇ ਮੁਰਦਾ ਰੂਹਾਂ ਵਿੱਚ ਜਾਨ ਪਾਈ ਤੇ ਜਨਤਾ ਵਿੱਚ ਫੌਜੀ ਅੰਸ਼ ਆਇਆ ਜਿਸ ਨੇ ਕੌਮ ਨੂੰ ਪੱਕਿਆਂ ਪੈਰਾਂ ਉੱਤੇ ਖੜਾ ਕਰ ਦਿੱਤਾ। ਗੁਰੂ ਦੇ ਹੁਕਮ ਉੱਤੇ ਜਿਵੇਂ ਸਿੱਖ ਜੂਝਦੇ ਸਨ ਤੇ ਕੁਰਬਾਨ ਹੁੰਦੇ ਸਨ, ਉਹ ਸੰਸਾਰ ਦੇ ਆਗੂਆਂ ਲਈ ਇੱਕ ਰੌਸ਼ਨੀ ਦਾ ਮੁਨਾਰਾ ਹੈ। ਇਸ ਜਰਨੈਲ ਨੇ ਇਹ ਸਾਬਤ ਕਰ ਦਿੱਤਾ ਕਿ ਮਾਂਗਵੀਆਂ ਧਾੜਾਂ ਨਾਲੋਂ ਕੁਝ ਸਿਦਕੀ ਸੂਰਬੀਰ ਹੀ ਬਹੁਤੇ ਹਨ। ਗੁਰੂ ਹਰਗੋਬਿੰਦ ਜੀ ਨੇ ਮਰਦ ਬਣਾ ਦਿੱਤੇ ਸਨ ਤੇ ਉਹਨਾਂ ਮਰਦਾਂ ਨੇ ਅਣਖ ਤੇ ਪਹਿਰਾ ਦਿੱਤਾ। ਸਿੱਖਾਂ ਵਿੱਚ ਇਤਨਾ ਵਿਸ਼ਵਾਸ ਭਰਿਆ ਜਾ ਚੁੱਕਾ ਸੀ ਕਿ ਜਦ ਬਖਤ ਮਲ ਨੇ ਦੱਸਿਆ ਕਿ ਘੋੜੇ ਰਾਹ ਵਿੱਚ ਅਨਾਇਤ ਉੱਲਾ ਨੇ ਖੋਹ ਲਏ ਹਨ ਤਾਂ ਸਿੱਖਾਂ ਕਿਹਾ, ਹੁਣ ਘਬਰਾਉਣ ਤੇ ਝੂਰਨ ਦੀ ਲੋੜ ਨਹੀਂ, ਇਹ ਅਨਿਆਂ ਹੁਣ ਚੱਲਣ ਨਹੀਂ ਦਿੱਤਾ ਜਾਏਗਾ। ਤੀਜੀ ਜੰਗ ਘੋੜਿਆਂ ਪਿੱਛੇ ਹੀ ਹੋਈ ਹੈ। ਗੁਰੂ ਹਰਗੋਬਿੰਦ ਜੀ ਐਸੇ ਫੌਜੀ ਆਗੂ ਸਨ ਜਿਨ੍ਹਾਂ ਵਿਸ਼ਵਾਸ ਦਿੱਤਾ ਤੇ ਵਿਸ਼ਵਾਸ ਲਿਆ। ਇੱਕ ਮਨੁੱਖ ਦੇ ਤੌਰ ਤੇ ਦੂਜਿਆਂ ਲਈ ਜਾਨ ਵਾਰਨ ਦਾ ਆਦਰਸ਼ ਮੁੱਢ ਤੋਂ ਹੀ ਗੁਰੂ ਨਾਨਕ ਜੀ ਨੇ ਦ੍ਰਿੜ ਕਰਾਇਆ ਸੀ। ਮਨੁੱਖ ਜਾਤੀ ਲਈ ਰੱਜਵਾਂ ਪਿਆਰ ਤੇ ਖਾਲਕ ਨੂੰ ਖਲਕ ਵਿੱਚ ਦੇਖਣਾ ਤੇ ਮਹਿਸੂਸ ਕਰਨਾ ਸਿੱਖੀ ਦੇ ਮੁੱਖ ਅਸੂਲਾਂ ਵਿੱਚੋਂ ਇੱਕ ਅਸੂਲ ਹੈ। ਵਾਹਿਗੁਰੂ ਦੀ ਪ੍ਰਾਪਤੀ ਦਾ ਪ੍ਰਗਟਾਵਾ ਹੀ ਇਹ ਹੈ ਕਿ ਉਸ ਜੀਵ ਵਿੱਚ ਪਰ ਉਪਕਾਰ ਉਮਾ ਹੋਵੇ।
ਗੁਰੂ ਸਾਹਿਬਾਨ ਨੇ ਪਹਿਲਾਂ ਐਸੇ ਪੂਰਨੇ ਪਾਏ ਤੇ ਫਿਰ ਸਿੱਖਾਂ ਨੇ ਉਹਨਾਂ ਉੱਤੇ ਟੁਰ ਕੇ ਸੰਸਾਰ ਲਈ ਚਾਨਣ ਮੁਨਾਰੇ ਖੜੇ ਕੀਤੇ। ਭਾਈ ਨੰਦ ਲਾਲ ਦੇ ਸ਼ਬਦਾਂ ਵਿੱਚ ਗੁਰੂ ਹਰਗੋਬਿੰਦ ਬਖਸ਼ਿਸ਼ ਰੂਪ ਸਨ, ਜਿਨ੍ਹਾਂ ਸਦਕਾ ਮੰਦਭਾਗੀ ਅਤੇ ਮੁਰਝਾਏ ਹੋਏ ਲੋਕ ਵੀ ਦਰਗਾਹੇ ਪ੍ਰਵਾਨ ਹੋ ਗਏ। ਗੁਰੂ ਹਰਗੋਬਿੰਦ ਜੀ ਨਿਰੋਲ ਇੱਕ ਪਰਉਪਕਾਰੀ ਮੂਰਤ ਸਨ ਤੇ ਇੱਕ ਮਨੁੱਖ ਦੇ ਤੌਰ ਤੇ ਅਪਹੁੰਚ ਤੇ ਅਛੋਹ ਸਨ। ਸਬਰ, ਸੰਤੋਖ, ਸਹਿਨਸ਼ੀਲਤਾ ਉਹਨਾਂ ਦੇ ਵੱਡੇ ਪ੍ਰਤੱਖ ਗੁਣ ਸਨ। ਪਰਉਪਕਾਰੀ, ਖੁੱਲ੍ਹਦਿਲੀ, ਅਣਖ ਲਈ ਡਟਣਾ ਤੇ ਜੂਝਣਾ ਉਹਨਾਂ ਦੇ ਗਹਿਣੇ ਸਨ। ਹਰ ਜਾਤੀ, ਹਰ ਧਰਮ, ਹਰ ਪੁਰਸ਼ ਨਾਲ ਪ੍ਰੇਮ ਉਹਨਾਂ ਦਾ ਧਰਮ ਸੀ। ਮੁਸਲਮਾਨ ਵੀ ਉਸੇ ਤਰ੍ਹਾਂ ਖਿੱਚੇ ਆਉਂਦੇ ਸਨ ਜਿਵੇਂ ਹਿੰਦੂ ਜਾਂ ਹੋਰ ਜਾਤੀਆਂ ਦੇ ਮੰਨਣ ਵਾਲੇ। ਮਨੁੱਖਤਾ ਦੇ ਸਰਬ ਸਾਂਝੇ ਗੁਰੂ ਨੇ ਜਦ ਹਰਗੋਬਿੰਦਪੁਰ ਵਸਾਇਆ ਤਾਂ ਉੱਥੇ ਮੁਸਲਮਾਨ ਵਸਨੀਕਾਂ ਲਈ ਮਸੀਤ ਵੀ ਬਣਵਾਈ। ਦੂਜੇ ਦੇ ਧਰਮ ਦਾ ਕਿਤਨਾ ਕੁ ਸਤਿਕਾਰ ਸੀ, ਇਸ ਦੀ ਉਦਾਹਰਨ ਪੈਂਦੇ ਖਾਂ ਨੂੰ ਅੰਤਿਮ ਸਮੇਂ ਵੀ ਕਲਮਾ ਪੜ੍ਹਨ ਦੀ ਪ੍ਰੇਰਨਾ ਹੈ। ਗੁਰੂ ਜੀ ਨੇ ਕਦੇ ਵੀ ਸਾਰੇ ਜੀਵਨ ਵਿੱਚ ਕੱਟੜਪੁਣਾ ਜਾਂ ਵੱਖਰਾਪਣ ਨਹੀਂ ਦੱਸਿਆ। ਪਰਾਈ ਪੀੜ ਨੂੰ ਕਿਤਨਾ ਮਹਿਸੂਸ ਕਰਦੇ ਸਨ, ਇਸ ਦੀ ਮਿਸਾਲ ਉਹਨਾਂ ਦੇ ਗਵਾਲੀਅਰ ਕਿਲੇ ਦੀ ਰਿਹਾਈ ਵੇਲੇ ਦੂਜਿਆਂ ਨੂੰ ਰਿਹਾ ਕਰਾਉਣ ਦਾ ਕਰਮ ਹੈ। ਉਹਨਾਂ ਉਤਨੀ ਦੇਰ ਤੱਕ ਕਿਲੇ ਤੋਂ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ ਜਦ ਤੱਕ ਬੇਦੋਸ਼ੇ ਰਾਜੇ ਵੀ ਨਾਲ ਹੀ ਰਿਹਾ ਨਹੀਂ ਕੀਤੇ ਗਏ। ਬੰਦੀ ਛੋੜ ਦਾਤਾ ਦੇ ਨਾਂ ਨਾਲ ਗੁਰੂ ਹਰਗੋਬਿੰਦ ਜੀ ਨੂੰ ਯਾਦ ਕੀਤਾ ਜਾਣਾ ਤੇ ਉਕਰਿਆ ਜਾਣਾ ਇਸ ਗੱਲ ਦੀ ਸ਼ਹੀਦੀ ਹੈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਆਪ ਜੀ ਦਾ ਹੀ ਫੁਰਮਾਨ ਹੈ। ਜਦ ਕਿਸੇ ਨੇ ਆਈ ਸੰਗਤ ਲਈ ਮਠਿਆਈ ਇਹ ਕਹਿ ਕੇ ਨਾ ਦਿੱਤੀ ਕਿ ਇਹ ਬਰਾਤੀਆਂ ਲਈ ਹੈ ਤਾਂ ਗੁਰੂ ਹਰਗੋਬਿੰਦ ਜੀ ਦੇ ਫਰਮਾਏ ਸ਼ਬਦ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਕਰਤਾ ਨੇ ਬਹੁਤ ਸੁੰਦਰ ਲਿਖੇ ਹਨ, ਜੋ ਇਹ ਦ੍ਰਿੜਾਉਂਦੇ ਹਨ ਕਿ ਖਾਲਸਾ ਮੇਰੋ ਰੂਪ ਹੈ ਖਾਸ ਤੇ ਦਾਨ ਦਿਓ ਇਨਹੀ ਕੋ ਭਲੋ ਦੀ ਨੀਂਹ ਰੱਖ ਦਿੱਤੀ ਗਈ ਸੀ। ਗੁਰੂ ਹਰਗੋਬਿੰਦ ਜੀ ਨੇ ਫਰਮਾਇਆ, ਸਿੱਖ ਸਮਾਨ ਔਰ ਨਹੀਂ ਨਾਤਾ, ਸਿੱਖਨ ਕਰਕੇ ਸਵਰੇ ਬਾਤਾ, कहाँ तुच्छ थी वह मठियाई, जो सीखन के काम ना आई, सिख तृप्त ते मैं तृप्तायो, सिख मैं मेरो रूप सुहायो। भाई कटू जी नूं शहद ना देण वालियां दा शहद उतनी देर तक स्वीकार ना कीता जद तक भाई कटू ने मूँह विच ना पाया। भाई साधू ते भाई रूपा दे प्यार विच सिर्फ छागल दा ठंडा पानी पीण लई कड़कदी धुप विच उन्हां पास पुजे जिथे दोवें प्यो पुत प्यार दी खेड़ खेड़ रहे सन। भाई भाग भरी दे हत्थां दा बनाया चोला स्वीकार करन लई मीलां दा पैंडा कीता। सिख भी आप जी नाल अतुट प्यार करदे सन। मोहसन फानी लिखदा है कि एक वारी गुरु जी ने करतारपुर दे बागां विच जांदे एक तोते नूं बोलदे देख कहा, यह बहुत सुंदर है। एक सिख ने जो पास ही खड़ा सी यह जाणिया कि गुरु महाराज नूं ओह तोता पसंद है, ओह गुरु जी कोल ही होना चाहिदा है। सिख तोते दे मालक कोल गया। बदकिस्मती नूं तोते दा मालक इलाके दा हंकारी फौजदार सी। सिख ने फिर भी जुरत करके ओह तोता मंगिया ते हर मुल देण लई कह दिता। उस हैंकड़बाज ने सिख दी घरवाली मुल वजों मंग लई। सिख जरा ना झिझकिया ते सौदा कर लिया, पर जद फौजदार दी घरवाली नूं यह पता लगा तो उस फौजदार नूं फटकारां पईयां कि गुरु प्यार देख के ही उसनूं तोता भेंट कर देना सी। तोता लैके सिख गुरु पास पुज्जा। सिख गुरु ते गुरु नाम तो सब कुछ वारना भी उसकी खुशी लई तुच्छ गिणदे सन। भाई मेहरा जी ने उस समय तक घर विच प्रवेश करन तो इनकार कर दिता जद तक गुरु जी ने चरण ना पाए। मोहसन फानी का कहना है कि गुरु निमरता ते हलीमी दे पुंज सन। मोहर जी दे पुत्र आनंद दे कीरतपुर आउण ते आपूं पालकी दा एक पासा उठा लेना, गुरु पातशाह हुंदे बाबा बुड्ढा जी कोलों उपदेश मंगना उन्हां नूं निमरता दा पुंज ही दर्शाउंदा है। सहनशीलता उन्हां विच उड़कदी सी। मोहसन फानी लिखदा है कि एक नामदेव नां दे ब्राह्मण ने गुरु मर्यादा की उलंघना की ते उस थां उत्ते आकड़ के बैठ गया जो थां गुरु अते गुरु सपूतां लई राखवी सी। महाराज ने उसनूं कोल बुलाया ते उसने कुबोल बोलने आरंभ कर दिते। गुरु महाराज ने यह समझाउण लई कि गल ते कुबोल बोल के वह अपने आप नूं दोषी बना रहा है फरमाया, दैव कि सारी दुनिया उस परमात्मा की बनाई हुई नहीं। उसने जवाब दिता कि उसे दी बनाई हुई है। फिर गुरु जी एक गधे वाल इशारा करते हुए कहा कि तू जानदा है यह की है। उसने खिज के उत्तर दिता कि तुसी वाहिगुरू नाल इकमिक हो, यह तुसी ही हो। गुरु जी ने मुस्कुरा दिता ते कुछ ना कहा। संगतां नूं कई वारी आख्या करदे सन कि रल के अरदास करन कि वाहिगुरू उन्हां नूं गरीबी बख्शे। जद गुरु हरगोबिंद जी ने डिठा कि मेहरबान जहांगीर नाल रल के साजिशां कर रहा है
ਤੇ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਤਾਂ ਪਹਿਲਾਂ ਭਾਈ ਗੁਰਦਾਸ ਜੀ ਤੇ ਹੋਰ ਸਿੱਖਾਂ ਨੂੰ ਭੇਜਿਆ, ਫਿਰ ਆਪ ਟੁਰ ਕੇ ਗਏ। ਉਹ ਹੰਕਾਰ ਦਾ ਪਰਬਤ ਹੋ ਬੈਠਾ ਰਿਹਾ, ਨਾ ਸਤਿਕਾਰ ਕੀਤਾ, ਨਾ ਬੋਲਿਆ, ਨਾ ਹੀ ਪੀੜੀ ਮੰਜੀ ਜਾਂ ਮੰਜਾ ਦਿੱਤਾ। ਗੁਰੂ ਜੀ ਜ਼ਮੀਨ ਉੱਤੇ ਭੁੰਜੇ ਹੀ ਬੈਠ ਗਏ। ਗੁਰੂ ਜੀ ਜਿਉਂ-ਜਿਉਂ ਨਿਮਰਤਾ ਦੇ ਬਚਨ ਬੋਲਣ, ਉਹ ਤਿਉਂ-ਤਿਉਂ ਅਸਮਾਨ ਉੱਤੇ ਚੜੀ ਜਾਏ ਤੇ ਬੁਰੇ ਅਯੋਗ ਸ਼ਬਦ ਆਖੇ। ਇੱਥੇ ਹੀ ਬਸ ਨਹੀਂ, ਗੁਰੂ ਅਰਜਨ ਜੀ ਸੰਬੰਧੀ ਵੀ ਮਾੜੇ ਬਚਨ ਆਖੀ ਚਲਾ ਜਾਏ। ਨਾਲ ਆਏ ਸਿੱਖਾਂ ਨੇ ਜਦ ਮਿਹਰਬਾਨ ਨੂੰ ਮਜ਼ਾ ਚਖਾਣ ਦੀ ਗੱਲ ਆਖੀ ਤਾਂ ਗੁਰੂ ਪਿਤਾ ਨੇ ਵਰਜ ਦਿੱਤਾ। ਜਦ ਮਿਹਰਬਾਨ ਅੱਗੇ ਵੱਧ ਹੱਥ ਵੀ ਉਠਾਉਣ ਲੱਗਾ ਤਾਂ ਵੀ ਚੁੱਪ ਕਰਕੇ ਵਾਪਸ ਘਰ ਆ ਗਏ। ਜਿੱਥੇ ਹੱਥ ਨਹੀਂ ਉਠਾਉਣਾ ਉਸ ਵਿਰੁੱਧ ਨਹੀਂ ਉਠਾਇਆ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜੀ ਉਹ ਕਦੇ ਲਾ ਬੋਲੇ ਕੌਰਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੇ। ਉਹ ਕੌੜਾ ਬੋਲਣਾ ਜਾਣਦੇ ਹੀ ਨਹੀਂ ਸਨ। ਜੋਧਾ ਹੋ ਕੇ ਇਤਨਾ ਧੀਰਜ ਕੋਈ ਪਰਮਾਤਮਾ ਹੀ ਰੱਖ ਸਕਦਾ ਹੈ। ਗੁਰੂ ਹਰਗੋਬਿੰਦ ਜੀ ਦੀ ਸ਼ਖਸੀਅਤ ਇਤਨੀ ਪ੍ਰਭਾਵਸ਼ਾਲੀ ਸੀ ਕਿ ਲੋਕੀ ਆਪ ਮੁਹਾਰੇ ਹੀ ਖਿੱਚੇ ਟੁਰੇ ਆਉਂਦੇ ਸਨ। ਆਚਰਨ ਦਾ ਉਹ ਸਿਖਰ ਸਨ। ਜਦ ਨੂਰ ਜਹਾਨ ਆਪ ਜੀ ਦੇ ਦਰਸ਼ਨ ਕਰਕੇ ਗਈ ਸੀ ਤਾਂ ਉਸਨੇ ਜਹਾਂਗੀਰ ਕੋਲ ਗੁਰੂ ਦੀ ਪਵਿੱਤਰ ਆਤਮਾ ਤੇ ਪਵਿੱਤਰਤਾ ਦੀ ਦਿੱਖ ਖੋਲ ਕੇ ਉਪਮਾ ਕੀਤੀ ਸੀ। ਸਾਰੀਆਂ ਜੰਗਾਂ ਵਿੱਚ ਕੋਈ ਵਿਰੋਧੀ ਇਤਿਹਾਸਕਾਰ ਇਹ ਨਹੀਂ ਲਿਖ ਸਕਿਆ ਕਿ ਉਹਨਾਂ ਕਿਸੇ ਦਾ ਘਰ ਲੁੱਟਿਆ ਹੋਵੇ ਜਾਂ ਕਿਸੇ ਬੇਦੋਸ਼ੇ ਉੱਤੇ ਹੱਥ ਉਠਾਇਆ ਹੋਵੇ ਜਾਂ ਕਿਸੇ ਦੀ ਇੱਜ਼ਤ ਲੁੱਟੀ ਹੋਵੇ। ਸਭ ਦੀਆਂ ਇੱਜ਼ਤਾਂ ਦੇ ਰਾਖੇ ਸਨ। ਗੁਰੂ ਹਰਗੋਬਿੰਦ ਜੀ ਬਾਰੇ ਇੰਦੂ ਭੂਸ਼ਣ ਬੈਨਰਜੀ ਆਖਦਾ ਹੈ, ਇਹ ਹੀ ਕਾਰਨ ਹੈ ਕਿ ਗੁਰੂ ਨੂੰ ਸਾਰੇ ਦਿਲੋਂ ਚਾਹੁੰਦੇ ਸਨ ਤੇ ਪਿਆਰ ਕਰਦੇ ਸਨ ਤੇ ਹਰ ਦੁੱਖ ਤਕਲੀਫ ਤੇ ਵਿਖੜੇ ਸਮੇਂ ਉਹਨਾਂ ਦਾ ਸਾਥ ਮੰਗਦੇ ਤੇ ਦਿੰਦੇ ਸਨ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਉੱਤੇ ਸਾਰਿਆਂ ਨੇ ਆਪਣਾ ਨੁਕਸਾਨ ਗਿਣਿਆ। ਲਤੀਫ ਉਹਨਾਂ ਦੇ ਜੋਤੀ ਜੋਤ ਸਮਾਉਣ ਨੂੰ ਇੱਕ ਕੌਮੀ ਆਫਤ, ਨੈਸ਼ਨਲ ਕਲੈਮਿਟੀ ਕਹਿੰਦਾ ਹੈ। ਕਹਿਣਾ ਇਹ ਹੀ ਬਣਦਾ ਹੈ ਕਿ ਗੁਰੂ ਹਰਗੋਬਿੰਦ ਜੀ ਵਰਗਾ ਕੋਈ ਯੋਧਾ ਨਹੀਂ ਡਿੱਠਾ ਜਿਨ੍ਹਾਂ ਸਭ ਦੋਖੀਆਂ ਨੂੰ ਹੱਥੀਂ ਮਾਰ ਮੁਕਾਇਆ। ਉਹਨਾਂ ਵਰਗਾ ਕੋਈ ਦਾਨ ਪਰਉਪਕਾਰੀ ਨਹੀਂ ਜਿਨ੍ਹਾਂ ਕਦੇ ਖਜ਼ਾਨੇ ਵਿੱਚ ਕੁਝ ਜਮ੍ਹਾਂ ਨਾ ਰੱਖਿਆ। ਉਹਨਾਂ ਵਰਗਾ ਕੋਈ ਨਿੰਮ ਨਹੀਂ ਜਿਨ੍ਹਾਂ ਹਰ ਦਰ ਆਏ ਦਾ ਆਦਰ ਕੀਤਾ। ਉਹਨਾਂ ਜਿਹਾ ਕੋਈ ਸ਼ਾਂਤ ਚਿੱਤ ਨਹੀਂ ਸੀ ਜਿਨ੍ਹਾਂ ਕਦੇ ਮੈਦਾਨੇ ਜੰਗ ਤੱਕ ਵਿੱਚ ਮੱਥੇ ਤਿਉੜੀ ਨਾ ਪਾਈ। ਉਹਨਾਂ ਵਰਗਾ ਸਿੱਖਾਂ ਨਾਲ ਪਿਆਰ ਕਰਨ ਵਾਲਾ ਕੋਈ ਨਹੀਂ ਸੀ। ਉਹਨਾਂ ਵਰਗਾ ਕੋਈ ਜਥੇਦਾਰ ਨਹੀਂ ਜਿਨ੍ਹਾਂ ਮੁਰਦਾ ਰੂਹਾਂ ਜਵਾਲ ਦਿੱਤੀਆਂ। ਉਹਨਾਂ ਵਰਗਾ ਕੋਈ ਜਥੇਦਾਰ ਨਹੀਂ ਸੀ ਜਿਨ੍ਹਾਂ ਪਾਸ ਪੁੱਜ ਦੁਨੀਆ ਭਰ ਦੇ ਪ੍ਰਸਿੱਧ ਫਕੀਰ ਆ ਖੁਦਾ ਦੇ ਦਰ ਦੀਆਂ ਚਾਬੀਆਂ ਹਾਸਲ ਕਰਦੇ। ਵਿਸ਼ਵਾਸ ਇਤਨਾ ਸਿੱਖਾਂ ਵਿੱਚ ਭਰ ਦਿੱਤਾ ਕਿ ਹਰ ਸਿੱਖ ਨੂੰ ਯਕੀਨ ਹੋ ਗਿਆ ਕਿ ਗੁਰੂ ਕਾ ਸਿੱਖ ਬਡਭਾਗੀ ਹੈ ਤੇ ਉਹ ਸਿੱਧਾ ਬਹਿਸ਼ਤਾਂ ਨੂੰ ਜਾਂਦਾ ਹੈ। ਜਮ ਜਦਾਰ ਉਸ ਦੇ ਨੇੜੇ ਨਹੀਂ ਢੁੱਕ ਸਕਦਾ। ਬਸ ਗੁਰੂ ਹਰਗੋਬਿੰਦ ਜੀ ਐਸੀ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਉਸ ਬਿਖੜੇ ਸਮੇਂ ਕੌਮ ਨੂੰ ਸਾਹਸ ਦੇ ਆਪਣੇ ਪੈਰਾਂ ਉੱਤੇ ਖੜਾ ਕੀਤਾ ਜਦ ਕਈ ਵਿਰੋਧੀਆਂ ਨੂੰ ਇਹ ਪੂਰਾ ਯਕੀਨ ਸੀ ਕਿ ਇਸ ਦੀ ਹਸਤੀ ਹੀ ਮਿਟ ਜਾਏਗੀ। ਕੌਮ ਸ਼ਕਤੀਸ਼ਾਲੀ ਹੋ ਗਈ। ਆਪ ਯੋਧੇ ਪਰਉਪਕਾਰੀ ਸਨ, ਖਿੱਚਵੀਂ ਤੇ ਚੁਭਵੀਂ ਸ਼ਕਤੀ ਦੇ ਮਾਲਕ ਸਨ, ਨਿਮਰਤਾ ਤੇ ਧੀਰਜ ਦੇ ਸਿਖਰ ਸਨ, ਆਦਰਸ਼ਕ ਤੇ ਪਰਮ ਮਨੁੱਖ। ਉਹ ਸਿੱਖੀ ਮਹਿਲ ਇਤਨਾ ਮਜ਼ਬੂਤ ਕਰ ਗਏ ਕਿ ਆਉਣ ਵਾਲੇ ਝੱਖੜ ਵੀ ਇਸ ਦਾ ਕੁਝ ਵਿਗਾੜ ਨਾ ਸਕੇ। ਗੁਰ ਗੋਬਿੰਦ ਗੋਬਿੰਦ ਗੁਰੂ ਹਰ ਗੋਬਿੰਦ ਸਦਾ ਵਿਗਸੰਦਾ, ਗੁਰਮੁਖ ਮਾਰਗ ਚੱਲਣਾ ਖੰਡੇ ਜਾਰ ਕਾਰ ਨਿਭੰਦਾ। ਸਤਿਗੁਰ ਵੰਸ਼ੀ ਪਰਮ ਹੰਸ, ਗੁਰਸਿੱਖ ਹੰਸ ਵੰਸ ਨਿਭੰਦਾ, ਪਿਓ ਦਾਦੇ ਦੇ ਰਾਹ ਚਲਾਂਦਾ। ਸੋ ਇਸ ਦੇ ਨਾਲ ਹੀ ਕੁੱਲ 124 ਪੰਨੇ ਪੜ੍ਹ ਕੇ ਇਹ ਕਿਤਾਬ ਇੱਥੇ ਹੀ ਸਮਾਪਤ ਹੁੰਦੀ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਮੈਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।